ਪੰਜਾਬ ਬੋਲ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਪੰਜਾਬ ਬੋਲ ਦਾ ਪ੍ਰੋਗਰਾਮ ਵਿੱਚ ਅਸੀਂ ਅਕਸਰ ਹੀ ਜੋ ਇਹਨਾਂ ਮੁੱਦਿਆਂ ਨੂੰ ਲੈ ਕੇ ਆਉਂਦੇ ਹਾਂ ਉਹਨਾਂ ਦੇ ਬਹੁਤ ਹੀ ਗਹਿਰਾਈ ਦੇ ਨਾਲ ਵਿਚਾਰ ਚਰਚਾ ਕੀਤੀ ਜਾਂਦੀ ਹੈ। ਪੰਜਾਬ ਬੋਲ ਦਾ ਪ੍ਰੋਗਰਾਮ ਵਿੱਚ ਕਦੇ ਵੀ ਕਿਸੇ ਵੀ ਇੱਕ ਪੱਖ ਨੂੰ ਕਿਸੇ ਵੀ ਇੱਕ ਪੱਖ ਦੇ ਉੱਤੇ ਅਸੀਂ ਨਾ ਤਾਂ ਹੱਕ 'ਚ ਬੋਲਦੇ ਹਾਂ ਤੇ ਨਾ ਹੀ ਕਿਸੇ ਦੇ ਖਿਲਾਫ ਬੋਲਦੇ ਹਾਂ। ਸਰਕਾਰ ਚਾਹੇ ਸਰਕਾਰ ਹੋਵੇ ਚਾਹੇ ਵਿਰੋਧੀ ਹੋਵੇ ਓਪੋਜੀਸ਼ਨ ਹੋਵੇ, ਕਿਸੇ ਦੇ ਹੱਕ ਜਾਂ ਖਿਲਾਫ 'ਚ ਬੋਲਣਾ ਸਾਡਾ ਕੰਮ ਨਹੀਂ ਹੈ। ਹਾਂ, ਕਿਹੜੇ ਓਪੋਜੀਸ਼ਨ ਨੇ ਕੀ ਕੀਤਾ, ਸਰਕਾਰ ਨੇ ਕੀ ਕੀਤਾ, ਉਸ ਨੂੰ ਕਹਿ ਲਓ ਕਿ ਉਸਦੇ ਹਰ ਇੱਕ ਐਂਗਲ ਨੂੰ ਅਸੀਂ ਤੁਹਾਡੇ ਹਰ ਇੱਕ ਪੱਖ ਨੂੰ ਤੁਹਾਡੇ ਅੱਗੇ ਰੱਖਣ ਦਾ ਸਿਰਫ ਕੰਮ ਕਰਦੇ ਹਾਂ ਗਹਿਰਾਈ ਦੇ ਨਾਲ। ਉਹ ਕਿਸ ਦੇ ਹੱਕ ਜਾਂਦਾ, ਖਿਲਾਫ ਜਾਂਦਾ ਹੈ, ਇਸ ਦਾ ਫੈਸਲਾ ਕਰਨਾ ਲੋਕਾਂ ਦਾ ਕੰਮ ਹੈ। ਇਹ ਅਸੀਂ ਲੋਕਾਂ ਦੇ ਛੱਡਦੇ ਹਾਂ ਕਿ ਕੀ ਸਹੀ ਸੀ ਕੀ ਗਲਤ ਸੀ। ਸਾਡਾ ਕੰਮ ਜੋ ਵੀ ਘਟਨਾਕ੍ਰਮ ਪੰਜਾਬ ਵਿੱਚ ਵਾਪਰਦਾ ਹੈ ਉਸਦਾ ਕਹਿ ਲਓ ਕਿ ਸਹੀ ਇਮਾਨਦਾਰੀ ਦੇ ਨਾਲ ਨਿਰਪੱਖ ਹੋ ਕੇ ਤੇ ਬੇਬਾਕ ਹੋ ਕੇ ਉਸਦੇ ਹਰ ਇੱਕ ਐਂਗਲ ਨੂੰ ਤੁਹਾਡੇ ਅੱਗੇ ਰੱਖਣਾ ਹੁੰਦਾ। ਇਹ ਸਾਡੀ ਡਿਊਟੀ ਹੈ। ਉਸਦੇ ਕੀ ਨਤੀਜੇ ਤੁਸੀਂ ਕੀ ਰਿਜ਼ਲਟ ਦੇਖਦੇ ਹੋ ਇਹ ਸਮਝਣਾ ਤੁਹਾਡਾ ਖੁਦ ਦਾ ਨਜ਼ਰੀਆ ਹੈ। ਦਰਸ਼ਕੋ, ਸਾਡੇ ਨਾਲ ਅਕਸਰ ਹੀ ਇਸ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਕਰਦੇ ਹੁੰਦੇ ਨੇ ਯੂਕੇ ਤੋਂ ਦਲਜੀਤ ਸਿੰਘ। ਤਾਂ ਮੇਰੇ ਨਾਲ ਜੁੜ ਵੀ ਚੁੱਕੇ ਨੇ ਦਲਜੀਤ ਸਿੰਘ। ਦਲਜੀਤ ਸਿੰਘ, ਧੰਨਵਾਦ ਸਾਡੇ ਪ੍ਰੋਗਰਾਮ ਪੰਜਾਬ ਬੋਰਡ ਦਾ ਵਿੱਚ ਤੁਸੀਂ ਅਕਸਰ ਜੁੜਦੇ ਹੋ, ਸਾਡੇ ਦਰਸ਼ਕਾਂ ਨਾਲ ਆਪਣੇ ਕਹਿ ਲਓ ਕਿ ਗਿਆਨ ਜੋੜਨ ਨਾਲ ਸਾਂਝਾ ਕਰਦੇ ਹੋ। ਥੈਂਕ ਯੂ ਜੀ, ਬਹੁਤ ਧੰਨਵਾਦ ਤੁਹਾਡਾ। ਤੁਸੀਂ ਸੁਣਦੇ ਹੋ ਸਾਨੂੰ। ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਜਿਹੜਾ ਇਹ ਸਾਨੂੰ ਨਾ ਚੀਜ਼ਾਂ ਨੂੰ ਜਿਹੜਾ ਸੁਣਦੇ ਨੇ, ਆਪਣਾ ਸਮਾਂ ਜਿਹੜਾ ਸਾਨੂੰ ਸੁਣਨ ਦੇ ਉੱਤੇ ਲਾਉਂਦੇ ਨੇ, ਕਿਉਂਕਿ ਅੱਜ ਸਮਾਂ ਬੜਾ ਕੀਮਤੀ ਹੈ, ਇੱਕ ਇੱਕ ਸੈਕਿੰਡ। ਸੋ ਜਿਹੜਾ ਕੁਝ ਸੁਣਿਆ ਜਾਂਦਾ, ਜਿਹੜਾ ਸਾਨੂੰ ਸੁਣਦਾ, ਉਹਦੇ ਲਈ ਬਹੁਤ ਧੰਨਵਾਦ ਉਹਦਾ ਕਰਦੇ ਹਾਂ। ਬਹੁਤ ਧੰਨਵਾਦ ਜੀ ਤੁਹਾਡਾ। ਜੀ ਹਾਂ ਦਲਜੀਤ ਸਿੰਘ ਜੀ, ਮੈਂ ਗੱਲ ਕਰਨਾ ਜਾ ਰਹੀ ਹਾਂ ਕਿ ਕਈ ਵਾਰ ਨਾ ਕੋਈ ਅਜਿਹੀ ਕੰਡੀਸ਼ਨ ਪਰਿਸਥਿਤੀ ਬਣ ਜਾਂਦੀ ਹੈ ਕਿ ਬੰਦਾ ਜੇ ਉਸ ਕੰਮ ਨੂੰ ਕਰਦਾ ਤਾਂ ਵੀ ਮਰਦਾ, ਜੇ ਨਹੀਂ ਕਰਦਾ ਤਾਂ ਵੀ ਮਰਦਾ। ਅਜਿਹਾ ਹੀ ਕੁਛ ਨਾ ਬੀਤੇ ਦਿਨ ਹੋਇਆ ਪੰਜਾਬ ਦੇ ਵਿੱਚ। ਆਪਾਂ ਗੱਲ ਕਰ ਰਹੇ ਹਾਂ ਜੋ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਵੱਲੋਂ ਜਾਇਆ ਜਾਂਦਾ ਹਸਪਤਾਲ ਦੇ ਵਿੱਚ, ਉੱਥੇ ਉਹ ਨਿਰੀਖਣ ਕਰਦੇ ਨੇ, ਇੱਕ ਬੈੱਡ ਉਹਨਾਂ ਨੂੰ ਸਹੀ ਨਹੀਂ ਲੱਗਦਾ। ਹਾਲਾਂਕਿ ਜੋ ਉਹਨਾਂ ਦਾ ਜਾਣਾ ਬਹੁਤ ਸਹੀ ਹੈ, ਇਸ ਦੀ ਅਸੀਂ ਸ਼ਲਾਘਾ ਵੀ ਕਰਦੇ ਹਾਂ ਕਿ ਜਾਣਾ ਚਾਹੀਦਾ ਸੀ, ਲੋਕਾਂ ਦੇ ਹੱਕਾਂ ਵਿੱਚ ਆਵਾਜ਼ ਚੱਕਣੀ ਚਾਹੀਦੀ ਸੀ। ਪਰ ਕਰਦੇ ਕਰਦੇ ਇੱਕ ਕੰਮ ਉਹਨਾਂ ਤੋਂ ਹੋਰ ਹੋ ਜਾਂਦਾ ਹੈ। ਉਹ ਹੈ ਇੱਕ ਡਾਕਟਰ ਸਾਹਿਬ ਜੋ VC ਸਾਹਿਬ ਨੇ, ਉਹਨਾਂ ਦੀ ਇੱਕ ਡਿਸਰੈਸਪੈਕਟ ਹੋ ਜਾਂਦੀ ਹੈ ਕਰਦੇ ਕਰਦੇ, ਯਾਨੀ ਚੰਗਾ ਕਰਦੇ ਕਰਦੇ ਕਿਤੇ ਨਾ ਕਿਤੇ ਕੁਛ ਨਾ ਕੁਛ ਅਜਿਹਾ ਹੋ ਜਾਂਦਾ ਹੈ, ਚਾਹੇ ਜਾਣ ਕੇ ਜਾਂ ਭੁੱਲੇ, ਕਹਿੰਦੇ ਨੇ ਭੁੱਲੇ ਨਾਲ ਭੁੱਲਣਾ ਹੋ ਜਾਂਦਾ, ਉਹ ਇੱਕ ਵੱਖਰੀ ਗੱਲ ਹੈ। ਪਰ ਅਜਿਹਾ ਹੋ ਜਾਂਦਾ ਜਿਸ ਨਾਲ ਉਹਨਾਂ ਡਾਕਟਰ ਸਾਹਿਬ ਦੀ ਡਿਸਰੈਸਪੈਕਟ ਹੋ ਜਾਂਦੀ ਹੈ। ਤਾਂ ਦੋ ਕੰਮ ਨੇ, ਜਿੱਦਾਂ ਕਿ ਮੈਂ ਸਟਾਰਟਿੰਗ ਦੇ ਵਿੱਚ ਹੀ ਕਿਹਾ ਸੀ ਕਿ ਅਸੀਂ ਕਿਸੇ ਦੇ ਹੱਕ ਜਾਂ ਖਿਲਾਫ 'ਚ ਨਹੀਂ ਹਾਂ। ਉੱਥੇ ਮੰਤਰੀ ਸਾਹਿਬ ਪਹੁੰਚੇ, ਚੰਗੀ ਗੱਲ ਹੈ। ਡਾਕਟਰ ਸਾਹਿਬ ਦੀ ਜੋ ਡਿਸਰੈਸਪੈਕਟ ਹੋ ਗਈ ਉਹ ਗਲਤ ਗੱਲ ਵੀ ਹੈ। ਚਲੋ, ਇਹ ਘਟਨਾਕ੍ਰਮ ਜੋ ਹੋਇਆ ਉਹ ਹੋਇਆ। ਉਸ ਤੋਂ ਬਾਅਦ ਜੋ ਮਾਹੌਲ ਬਣਿਆ, ਮੈਂ ਉਸਦੇ ਨਾਲ ਥੋੜ੍ਹਾ ਜਿਹਾ ਚਰਚਾ ਕਰਨਾ ਚਾਹੁੰਦਾ ਕਿ ਉਸਦੇ ਬਾਰੇ ਉਸਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਡਾਕਟਰ ਸਾਹਿਬ ਨਾਲ ਜੋ ਹੋਇਆ ਉਸ ਤੋਂ ਬਾਅਦ ਭਗਵੰਤ ਮਾਨ ਖੁਦ ਮਾਫੀ ਮੰਗ ਲੈਂਦੇ ਨੇ, ਉਹਨਾਂ ਨੂੰ ਮਿਲਣ ਦੇ ਲਈ ਬੁਲਾ ਲੈਂਦੇ ਨੇ, ਤੇ ਜਿੰਨੀ ਵੀ ਵਿਰੋਧੀ ਪਾਰਟੀਆਂ ਨੇ ਉਹ ਸਾਰੀਆਂ ਡਾਕਟਰ ਸਾਹਿਬ ਦੇ ਕੋਲ ਪਹੁੰਚ ਜਾਂਦੀਆਂ ਨੇ। ਇਹ ਪਹੁੰਚ ਜਾਂਦੀਆਂ ਨੇ, ਇਹ ਇੱਕ ਪੱਖ ਹੋ ਗਿਆ। ਮੈਂ ਇਸੇ ਆਪਣੇ ਸਵਾਲ ਦਾ ਦੂਜਾ ਪੱਖ ਰੱਖਾਂਗਾ। ਡਾਕਟਰ ਸਾਹਿਬ ਨਾਲ ਜੋ ਹੋਇਆ ਉਸ ਨੂੰ ਲੈ ਕੇ ਸਰਕਾਰ ਵੀ ਤੇ ਵਿਰੋਧੀ ਸਾਰੇ ਡਾਕਟਰ ਸਾਹਿਬ ਦੇ ਨਾਲ ਖੜ ਗਏ ਨੇ ਕਿ ਉਹ ਨੌਜਵਾਨ ਜੋ ਬੇਰੁਜ਼ਗਾਰੀ ਕਰਕੇ ਜਾਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਅਕਾਲੀ, ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਦੇ ਟਾਈਮ ਦੇ ਵਿੱਚ ਜੋ ਲਗਾਤਾਰ ਪੰਜਾਬ ਪੁਲਿਸ ਤੋਂ ਆਪਣੀ ਛਿੱਤਰ ਪਰੇਡ ਕਰਾਉਂਦੇ ਆ ਰਹੇ ਨੇ ਕਿ ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਹੈ, ਉਹਨਾਂ ਦੀ ਪੰਜਾਬ ਦੇ ਵਿੱਚ ਕੋਈ ਵੈਲਿਊ ਨਹੀਂ ਹੈਗੀ, ਕਿ ਉਹਨਾਂ ਦਾ ਕੋਈ ਅਧਿਕਾਰ ਨਹੀਂ ਹੈ ਆਪਣੇ ਪੰਜਾਬ ਦੇ ਵਿੱਚ, ਨਾ ਉਹਨਾਂ ਨੂੰ ਕੋਈ ਪੁੱਛਦਾ, ਨਾ ਹੀ ਉਹਨਾਂ ਦੇ ਕੋਈ ਸਾਰ ਲਈ ਜਾਂਦੀ ਹੈ ਕਿ ਉਹ ਜਾਨਵਰਾਂ ਵਾਂਗ ਜਿਸ ਤਰੀਕੇ ਨਾਲ ਉਹਨਾਂ ਨੂੰ ਛਿੱਤਰ ਪਰੇਡ ਕਹੂੰਗਾ ਵਰਡ ਮੈਂ, ਉਹ ਛਿੱਤਰ ਪਰੇਡ ਹੀ ਵਰਤੂੰਗਾ ਜੋ ਸ਼ੁਰੂ ਤੋਂ ਹੁੰਦੀ ਆ ਰਹੀ ਹੈ। ਅਕਾਲੀ, ਫਿਰ ਕਾਂਗਰਸ ਤੇ ਹੁਣ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਦੇਖਦੇ ਆ ਰਹੇ ਹਾਂ, ਉਹ ਰੁਕੀ ਨਹੀਂ ਹਜੇ। ਜੋ ਰਵੱਈਆ ਹੁੰਦਾ ਹੈ ਉਹ ਉਹੀ ਚੱਲਦਾ ਆ ਰਿਹਾ ਹੁਣ ਤੱਕ। ਨਾ ਤਾਂ ਉਹਨਾਂ ਕੋਲ ਸਰਕਾਰ ਜਾਂਦੀ ਹੈ ਤੇ ਨਾ ਹੀ ਓਪੋਜੀਸ਼ਨ ਜਾਂਦੀ ਹੈ। ਆਹ ਦੋ ਪੱਖ ਮੈਂ ਆਪਣੇ ਇਸ ਸਵਾਲ ਦੇ, ਮੇਰੇ ਦੋ ਪੱਖ ਨੇ, ਦੋਨੋਂ ਪੱਖ ਤੁਹਾਡੇ ਅੱਗੇ ਰੱਖਦਾ ਤੇ ਹੁਣ ਤੁਸੀਂ ਦੋਨਾਂ ਪੱਖਾਂ ਨੂੰ ਕਿਵੇਂ ਦੇਖਦੇ ਹੋ ਉਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਦੇਖੋ, ਪਹਿਲਾਂ VC ਤੇ ਸਿਹਤ ਮੰਤਰੀ ਵਾਲਾ ਮਸਲਾ ਜਿਹੜਾ ਸੰਖੇਪ ਦੇ ਵਿੱਚ ਦੱਸ ਦਈਏ, ਇਹਦੇ ਉੱਤੇ ਵੱਖੋ ਵੱਖਰੇ ਹਰ ਇੱਕ ਦੇ ਪ੍ਰਤੀਕਰਮ ਨੇ। ਵਿਰੋਧੀ ਆਪਣੇ ਤਰੀਕੇ ਨਾਲ ਪ੍ਰਤੀਕਰਮ ਦੇ ਰਹੇ, ਆਮ ਆਦਮੀ ਪਾਰਟੀ ਆਪਣੇ ਤਰੀਕੇ ਨਾਲ, ਤੇ ਜਿਹੜੇ ਆਮ ਆਪਾਂ ਦੇਖਦੇ ਹਾਂ ਵੀ ਪੱਤਰਕਾਰ ਹੁੰਦੇ ਨੇ ਉਹ ਆਪਣੇ ਤਰੀਕੇ ਨਾਲ ਦੇਖਦੇ ਆ। ਸੋ ਜਿਵੇਂ ਸਾਨੂੰ ਇਹ ਚੀਜ਼ ਜਿਹੜੀ ਉਹ ਲੱਗਦੀ ਹੈ ਉਹ ਇਸ ਤਰ੍ਹਾਂ ਹੁੰਦਾ ਹੈ ਦੀਪਨ, ਅਕਸਰ ਤੁਸੀਂ ਦੇਖਿਆ ਹੋਣਾ ਕਿ ਕੋਈ ਨੌਜਵਾਨ ਜਿਹੜਾ ਹੈ ਉਹ ਨਵਾਂ ਜਿਮ ਜਾਣਾ ਸ਼ੁਰੂ ਕਰਦਾ ਨਾ, ਜਦੋਂ ਕਸਰਤ ਕਰਨੀ ਸ਼ੁਰੂ ਕਰਦਾ ਤੇ ਉਹ ਜਿਮ ਦੇ ਵਿੱਚ ਜਾ ਕੇ ਬਹੁਤ ਜ਼ਿਆਦਾ ਜ਼ੋਰ ਮਾਰਦਾ ਕਿ ਅੱਜ ਮੈਂ ਜਿਹੜੀ ਆਪਣੀ ਛਾਤੀ ਦੀਆਂ ਵੀ ਸਾਰੀਆਂ ਐਕਸਰਸਾਈਜ਼ ਲਾ ਲੈਣੀਆਂ, ਲੱਤਾਂ ਦੀਆਂ ਵੀ ਲਾ ਲੈਣੀਆਂ, ਤੇ ਮੇਰਾ ਹਫ਼ਤੇ ਤੱਕ ਜਿਹੜਾ ਸਰੀਰ ਜਿਹੜਾ ਉਹ ਦੇਖਣ ਵਾਲਾ ਹੋ ਜਾਏ। ਮਤਲਬ ਕਿ ਫੁੱਲ ਜ਼ੋਰ ਮਾਰਿਆ ਜਾਂਦਾ ਹੈ, ਤਕਰੀਬਨ 3-4 ਦਿਨ ਤੇ ਹਫ਼ਤਾ। ਉਸ ਤੋਂ ਬਾਅਦ ਕੀ ਹੁੰਦਾ, ਉਹ ਜ਼ੋਰ ਜਿਹੜਾ ਹੈ, ਉਹ ਜੋਸ਼ ਜਿਹੜਾ ਉਹ ਹੌਲੀ ਹੌਲੀ ਘਟਣ ਲੱਗ ਪੈਂਦਾ। ਉਹ ਇੰਨਾ ਘਟ ਜਾਂਦਾ ਕਿ ਇੱਕ ਦਿਨ ਫਿਰ ਜਿਮ ਦੀ ਫੀਸ ਹੀ ਜਾਂਦੀ ਰਹਿੰਦੀ ਹੈ, ਬੰਦਾ ਨਹੀਂ ਜਾਂਦਾ ਜਿਮ। ਫਿਰ
ਤੇ ਉਹ ਜਿਹੜੇ ਪਹਿਲੇ 7-8 ਦਿਨ ਲਾਏ ਹੁੰਦੇ ਆ ਉਹਦੇ ਵਿੱਚ ਸਰੀਰ ਇੰਨਾ ਤੋੜ ਲਿਆ ਜਾਂਦਾ ਹੈ, ਇੰਨੀ ਬੋਰੀਅਤ ਹੋ ਜਾਂਦੀ ਹੈ ਉਹ ਐਕਸਰਸਾਈਜ਼, ਉਹ ਮੁਹਿੰਮ ਜਿਹੜੀ ਸ਼ੁਰੂ ਕੀਤੀ ਹੁੰਦੀ ਹੈ ਕਿ ਉਹਦੇ ਵੱਲ ਫਿਰ ਤਕਰੀਬਨ ਸਾਲ ਜਿਹੜਾ ਉਹ ਨੌਜਵਾਨ ਮੂੰਹ ਨਹੀਂ ਕਰਦਾ। ਸੋ ਇਸੇ ਤਰ੍ਹਾਂ ਕਿਤੇ ਨਾ ਕਿਤੇ ਆਪਾਂ ਦੇਖੀਏ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਨਵੇਂ ਬਣੇ ਵਿਧਾਇਕ ਨੇ ਉਹ ਕਰ ਰਹੇ ਨੇ ਕਿ ਐਮਐਲਏ ਬਣ ਗਏ ਤੇ ਉਸ ਤੋਂ ਬਾਅਦ ਜਿਵੇਂ ਛਾਪੇ ਮਾਰੇ ਜਾ ਰਹੇ ਨੇ, ਜਿਵੇਂ ਅੱਗੇ ਜਾ ਕੇ ਵਤੀਰਾ ਜਿਹੜਾ ਉਹਨਾਂ ਦਾ ਹੈਗਾ, ਸੋ ਕਿਤੇ ਨਾ ਕਿਤੇ ਉਸ ਨੌਜਵਾਨ ਵਰਗਾ ਜਿਹੜਾ ਨਵਾਂ ਜਿਮ ਜਾਣ ਲੱਗਿਆ। ਤੇ ਜੇ ਹੁਣ ਗੱਲ ਕਰੀਏ ਆਪਾਂ ਆਮ ਆਦਮੀ ਪਾਰਟੀ ਦੇ ਉਹਨਾਂ ਵਿਧਾਇਕਾਂ ਦੀ, ਆਪਾਂ ਪਿਛਲੇ ਦਿਨੇ ਵੀ ਦੇਖਿਆ ਕਿ ਸਰਕਾਰੀ ਅਹੁਦਿਆਂ ਤੇ ਤਾਇਨਾਤ ਜਿਹੜੇ ਲੋਕ ਨੇ, ਜਦੋਂ ਇਹ ਵਿਧਾਇਕ ਉੱਥੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਕੁਰਸੀ ਤੋਂ ਉਠਾ ਕੇ ਉਹਨਾਂ ਦੀ ਕੁਰਸੀ ਦੇ ਉੱਤੇ ਬੈਠਿਆ ਜਾਂਦਾ, ਜਦਕਿ ਇੱਕ ਸਰਕਾਰੀ ਅਹੁਦੇ ਦੇ ਉੱਤੇ ਬੈਠਾ ਹੋਇਆ ਬੰਦਾ ਜਿਹੜਾ ਆਪਣਾ ਕੰਮ ਕਰ ਰਿਹਾ, ਤੇ ਕੋਈ ਕਾਨੂੰਨ ਵੀ ਨਹੀਂ ਇਹ ਗੱਲ ਕਹਿੰਦਾ ਕਿ ਇੱਕ ਐਮਐਲਏ ਆ ਕੇ ਉਸ ਦੀ ਕੁਰਸੀ ਦੇ ਉੱਤੇ ਬੈਠ ਕੇ ਤੇ ਸਾਰਾ ਉਹਦਾ ਰਿਕਾਰਡ ਜਿਹੜਾ ਹੈਗਾ ਉਹ ਚੈੱਕ ਕਰੇ, ਤੇ ਜਿਹੜਾ ਉਹ ਸਰਕਾਰੀ ਅਫਸਰ ਹੈ ਉਹਨੂੰ ਇੱਧਰ ਖੱਬੇ ਪਾਸੇ ਜਾਂ ਸੱਜੇ ਪਾਸੇ ਹੱਥ ਜੜਾ ਕੇ ਖੜਾ ਕਰ ਲਿਆ ਜਾਵੇ। ਸੋ ਇਹ ਫਿਰ ਇੱਕ ਤਾਨਾਸ਼ਾਹੀ ਵਾਲਾ ਵਤੀਰਾ ਹੋ ਜਾਂਦਾ। ਮਤਲਬ ਇਹ ਕੁਛ ਨਾ ਕੁਛ ਜਿਹੜਾ ਹੈ ਚੰਗੇ ਦੇ ਨਾਲ ਜਿਹੜਾ ਮਾੜਾ ਵੀ ਹੋ ਰਿਹਾ। ਇਹ ਨਹੀਂ ਹੈ ਕਿ ਇਹ ਛਾਪੇਮਾਰੀ ਜਿਹੜੀ ਹੈ ਗਲਤ ਹੈ, ਕਿਉਂਕਿ ਬੜੀ ਕਰਪਸ਼ਨ ਵੱਧ ਚੁੱਕੀ ਹੈ ਪੰਜਾਬ ਦੇ ਹਰ ਇੱਕ ਜਿਹੜਾ ਵਿਭਾਗ ਹੈਗਾ, ਬਹੁਤ ਸਾਰਾ ਕੁਝ ਜਿਹੜਾ ਹੈ ਉਹ ਹੋ ਰਿਹਾ, ਲੋਕਾਂ ਨੂੰ, ਗਰੀਬਾਂ ਨੂੰ ਠੱਗਿਆ ਜਾ ਰਿਹਾ। ਸੋ ਛਾਪੇਮਾਰੀ ਹੋਣੀ ਕਿਸੇ ਹੱਦ ਤੱਕ ਜ਼ਰੂਰੀ ਵੀ ਹੈ ਜੇਕਰ ਇਹ ਲੋਕ ਜਾਂਦੇ ਨੇ। ਇੱਕ ਤਾਂ ਇਹ ਗੱਲ ਹੋ ਗਈ। ਦੂਜੀ ਗੱਲ ਹੈ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਾ ਕੇ ਉੱਥੇ ਵਤੀਰਾ ਕੀ ਅਪਣਾਇਆ ਜਾਂਦਾ ਹੈ, ਇਹਦੇ ਉੱਤੇ ਥੋੜਾ ਧਿਆਨ ਦੇਣ ਦੀ ਲੋੜ ਹੈਗੀ ਆ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ, ਕਿਉਂਕਿ ਜਦੋਂ ਬਾਅਦ ਵਿੱਚ ਫਿਰ ਤੁਸੀਂ ਬੈਕ ਸਟੈਪ ਲੈਣਾ, ਉਹਦੇ ਨਾਲੋਂ ਪਹਿਲਾਂ ਜਿਹੜਾ ਪਹਿਲਾ ਸਟੈਪ ਲਿਆ ਉਹਨੂੰ ਬੜਾ ਸੋਚ ਸਮਝ ਕੇ ਤੇ ਬੜੇ ਧਿਆਨ ਦੇ ਨਾਲ ਰੱਖਣਾ ਚਾਹੀਦਾ। ਇਹ ਤਾਂ ਗੱਲ ਸਿਆਣੇ ਵੀ ਕਹਿ ਦਿੰਦੇ ਆ ਕਿ ਹਰ ਕਦਮ ਜਿਹੜਾ ਉਹ ਸੋਚ ਕੇ ਰੱਖੋ। ਅੱਜ ਜੇ ਤੁਸੀਂ ਵਿਧਾਇਕ ਬਣੇ ਹੋ, ਤੁਹਾਨੂੰ ਲੋਕਾਂ ਨੇ ਇੱਜ਼ਤ ਮਾਣ ਦਿੱਤਾ ਹੈ, ਤਾਂ ਉਹਦਾ ਫਾਇਦਾ ਜਿਹੜਾ ਉਹ ਤਰੀਕੇ ਦੇ ਨਾਲ ਲਿਆ ਜਾਣਾ ਚਾਹੀਦਾ, ਨਾ ਕਿ ਨੈਗੇਟਿਵਿਟੀ ਫੈਲਾ ਕੇ। ਬਾਕੀ ਜਿਹੜੀ ਗੱਲ ਰਹਿ ਗਈ ਵੀਸੀ ਦੀ ਜਾਂ ਫਿਰ ਉਹ ਜਿਹੜੇ ਹਸਪਤਾਲ ਨੇ, ਦੀਪਨ ਇਹ ਤੁਸੀਂ ਵੀ ਪੰਜਾਬ ਦੇ ਵਿੱਚ ਰਹਿੰਦੇ ਹੋ ਤੇ ਹਰ ਇੱਕ ਹਸਪੀਟਲ ਦਾ ਜਿਹੜਾ ਇੱਕ ਦ੍ਰਿਸ਼ ਹੈ, ਤੁਸੀਂ ਹੁਣ ਵੀ ਜਾ ਕੇ, ਜੇਕਰ ਇਸ ਪ੍ਰੋਗਰਾਮ ਤੋਂ ਬਾਅਦ ਵੀ ਜਾ ਕੇ ਸਾਡਾ ਕੋਈ ਦਰਸ਼ਕ ਵੀ ਦੇਖਣਾ ਚਾਹਵੇ ਤਾਂ ਦੇਖ ਸਕਦੇ ਹੋ ਕਿ ਸਰਕਾਰੀ ਹਸਪਤਾਲਾਂ ਦੀ ਹਾਲਤ ਕਿੰਨੀ ਖਸਤਾ ਹੈ। ਕੋਈ ਡਾਕਟਰ ਤੁਹਾਨੂੰ ਉੱਥੇ ਨਹੀਂ ਲੱਭਦਾ। ਜੋ ਤੁਸੀਂ ਜਿਨ੍ਹਾਂ ਹਸਪਤਾਲਾਂ ਦੀ ਗੱਲ ਕੀਤੀ ਨਾ ਪੰਜਾਬ ਦੇ ਵਿੱਚ, ਜੇ ਕਹਿ ਲਓ ਜੋ ਪੰਜਾਬ ਦੇ ਜੋ ਹਸਪਤਾਲ ਨੇ, ਪਲੱਸ ਜੋ ਕਹਿ ਲਓ ਕਿ ਜਿੱਥੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਜਾਂਦਾ ਉਹ ਪੀਜੀਆਈ, ਜੋ ਉੱਥੇ ਜਾ ਕੇ ਦੇਖੋਗੇ ਨਾ, ਉੱਥੇ ਜੋ ਮਰੀਜ਼ ਨੇ ਉਹ ਐਵੇਂ ਇਸ ਤਰੀਕੇ ਨਾਲ ਉਹਨਾਂ ਦਾ ਰਵੱਈਆ ਹੁੰਦਾ ਜਾਂ ਇਸ ਤਰੀਕੇ ਨਾਲ ਉਹਦੀ ਹਾਲਤ ਹੁੰਦੀ ਹੈ ਜਿਵੇਂ ਗੋਦਾਮ ਦੇ ਵਿੱਚ ਨਾ ਕਹਿ ਲਓ ਕਿ ਬੋਰੇ ਪਏ ਹੁੰਦੇ ਨੇ ਅਨਾਜ ਦੇ, ਉਹ ਵੀ ਜਿਵੇਂ ਹੁੰਦੇ ਨੇ ਮੀਂਹ ਪੈ ਰਿਹਾ ਸੜੇ ਹੁੰਦੇ ਨੇ, ਉਹ ਹਾਲਤ ਹੁੰਦੀ ਹੈ। ਬਿਲਕੁਲ। ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੁੰਦੀ ਹੈ, ਕਿਸੇ ਇੱਕ ਔਰਤ ਦਾ ਇਲਾਜ ਜਿਹੜਾ ਹੈ ਜ਼ਮੀਨ ਦੇ ਉੱਤੇ ਲਟਾ ਕੇ ਕੀਤਾ ਜਾ ਰਿਹਾ। ਸੋ ਇਹ ਹਾਲਾਤ ਨੇ ਅੱਜ ਹਸਪੀਟਲਸ ਦੇ। ਤੇ ਜੇਕਰ ਹੁਣ ਤੁਸੀਂ ਜਾਣੇ ਹੋ, ਜੇਕਰ ਤੁਸੀਂ ਜਾ ਕੇ ਛਾਪਾ ਮਾਰ ਹੀ ਲਿਆ, ਉੱਥੇ ਜੋ ਹਾਲਾਤ ਨੇ ਉਹ ਵੀਸੀ ਦਾ ਕਿਤੇ ਨਾ ਕਿਤੇ ਇੰਨੀ ਕੁ ਜ਼ਿੰਮੇਵਾਰੀ ਹੋ ਸਕਦੀ ਹੈ ਕਿ ਉਸ ਨੇ ਜੋ ਹਾਲਾਤ ਨੇ ਜਾਂ ਫਰਨੀਚਰ ਮਾੜਾ ਹੋ ਚੁੱਕਿਆ ਉਹਦੀਆਂ ਰਿਪੋਰਟਾਂ ਸਰਕਾਰ ਤੱਕ ਨਹੀਂ ਪਹੁੰਚਾਈਆਂ। ਪਰ ਕਿਤੇ ਨਾ ਕਿਤੇ ਇਹਦੇ ਲਈ ਕਾਂਗਰਸ, ਅਕਾਲੀ, ਅੱਜ ਆਮ ਆਦਮੀ ਪਾਰਟੀ, ਇਹ ਸਾਰੀਆਂ ਸਰਕਾਰਾਂ ਜ਼ਿੰਮੇਵਾਰ ਨੇ ਕਿ ਜੋ ਹਾਲਾਤ ਅੱਜ ਬਣੇ ਹੋਏ ਨੇ। ਆਮ ਆਦਮੀ ਪਾਰਟੀ ਅੱਜ ਮੁਹੱਲਾ ਕਲੀਨਿਕ ਖੋਲਣ ਜਾ ਰਹੀ ਹੈ, ਪਰ ਜਿਹੜੇ ਹਸਪੀਟਲ ਆਲਰੇਡੀ ਜਿਹੜੇ ਨੇ ਫੇਲ ਹੋਣ ਦੇ ਕਿਨਾਰੇ ਦੇ ਉੱਤੇ ਨੇ, ਏਡੀਆਂ ਵੱਡੀਆਂ ਬਿਲਡਿੰਗਾਂ ਜਿਨ੍ਹਾਂ ਦੇ ਵਿੱਚ ਕਬੂਤਰ ਬੋਲ ਰਹੇ ਨੇ, ਡਾਕਟਰ ਹੁੰਦੇ ਨਹੀਂ, ਇਕੱਲੇ ਕਬੂਤਰ ਦੇਖਣ ਨੂੰ ਮਿਲਣਗੇ ਤੁਹਾਨੂੰ। ਸੋ ਉਹ ਫੇਲ ਹੁੰਦੇ ਜਾ ਰਹੇ ਨੇ, ਉਹ ਬਿਲਡਿੰਗਾਂ ਖੰਡਰ ਬਣਦੀਆਂ ਜਾ ਰਹੀਆਂ, ਤੁਸੀਂ ਉਹਨਾਂ ਨੂੰ ਛੱਡ ਕੇ ਦੂਸਰੇ ਪਾਸੇ ਮੁਹੱਲਾ ਕਲੀਨਿਕ ਜਿਹੜਾ ਖੋਲ ਰਹੇ ਹੋ। ਉਸ ਤੋਂ ਬਾਅਦ ਜਦੋਂ ਗੱਲ ਆ ਜਾਂਦੀ ਹੈ ਇੱਕ ਵੀਸੀ, ਚਾਹੇ ਉਹਦੀ ਕੋਈ ਵੀ ਡਿਗਰੀ ਹੈ, ਚਾਹੇ ਕੋਈ ਆਪਾਂ ਕਹਿ ਲਈਏ ਇੱਕ ਵੱਡਾ ਅਹੁਦਾ ਹੈਗਾ ਉਹਦਾ, ਜੇ ਉਸ ਨਜ਼ਰੀਏ ਨਾਲ ਦੇਖੀਏ ਤਾਂ ਉਹਨੂੰ ਉਸ ਸੜੇ ਹੋਏ ਗੱਦੇ ਦੇ ਉੱਤੇ ਲਟਾਣਾ ਕਿਤੇ ਨਾ ਕਿਤੇ ਜਿਹੜਾ ਹੈਗਾ ਇੱਕ ਔਕਵਰਡ ਜੀ ਜਿਹੜੀ ਸਥਿਤੀ ਪੈਦਾ ਕਰ ਦਿੰਦਾ। ਕੋਈ ਵੀ ਸਿਆਣਾ ਬੰਦਾ, ਜਦੋਂ ਤੁਸੀਂ 10 ਬੰਦੇ ਲੈ ਕੇ ਉੱਥੇ ਪਹੁੰਚਦੇ ਹੋ, ਮੀਡੀਆ ਕਵਰ ਕਰ ਰਿਹਾ ਹੈ, ਵੀਡੀਓਜ਼ ਬਣ ਰਹੀਆਂ ਨੇ, ਤਾਂ ਤੁਸੀਂ ਇਦਾਂ ਜਲੀਲ ਕਰਦੇ ਹੋ ਤੇ ਉਹ ਵੀ ਗੱਲਾਂ ਕਿਤੇ ਨਾ ਕਿਤੇ ਸਹੀ ਨਹੀਂ ਹੈਗੀਆਂ। ਹੁਣ ਕਈ ਵਾਰੀ ਇਦਾਂ ਹੁੰਦਾ ਨਾ, ਤੁਸੀਂ ਦੇਖਿਆ ਹੋਣਾ ਵਿਜੀਲੈਂਸ ਵਾਲੇ ਨੇ ਜਾਂ ਕੋਈ ਹੋਰ ਹੈ, ਜਦੋਂ ਛਾਪੇਮਾਰੀ ਕਰਦੇ ਆ, ਕੋਈ ਕਰਪਸ਼ਨ ਦੇ ਅਧੀਨ ਵੀ ਫੜਿਆ ਗਿਆ ਬੰਦਾ ਜਿਹੜਾ ਕੋਈ ਸਰਕਾਰੀ ਮੁਲਾਜ਼ਮ, ਉਹਦਾ ਵੀ ਮੂੰਹ ਲਪੇਟ ਦਿੱਤਾ ਜਾਂਦਾ। ਇੱਥੋਂ ਤੱਕ ਕਿ ਤੁਸੀਂ ਤਾਜ਼ੀਆਂ ਘਟਨਾਵਾਂ ਦੇਖੋ ਕਿ ਲਾਰੈਂਸ ਬਿਸ਼ਨੋਈ ਵਰਗੇ ਜਾਂ ਜਿਹੜੇ ਹੋਰ ਗੈਂਗਸਟਰ ਫੜੇ ਜਾਂਦੇ ਨੇ, ਉਹਨਾਂ ਦੇ ਵੀ ਮੂੰਹ ਲਪੇਟੇ ਹੋਏ ਨੇ। ਸੋ ਹੁਣ ਜਿਹੜਾ ਇੱਕ ਪਾਸੇ ਵੀਸੀ ਹੈ, ਜਦੋਂ ਆਪਾਂ ਗੱਲਬਾਤ ਕਰ ਨਹੀਂ ਲੱਗੇ ਆ ਤਾਂ ਉਹਨੂੰ ਅੰਦਰ ਖਾਤੇ ਜਿਹੜੀ ਹੈ ਗੱਲਬਾਤ ਸਮਝਾਈ ਜਾ ਸਕਦੀ ਹੈ। ਉਹਦਾ ਫਸਟ ਚਾਂਸ ਹੈ। ਉਹਨੂੰ ਨਹੀਂ ਪਤਾ ਭਾਈ ਹੁਣ ਮਹਾਰਾਜਾ ਰਣਜੀਤ ਸਿੰਘ ਵਾਲਾ ਬਦਲਾਈ ਆ ਗਿਆ। ਜਿਵੇਂ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਨਾ ਵੀ ਰਾਤ ਨੂੰ ਭੇਸ ਬਦਲ ਕੇ ਘੁੰਮਦਾ ਹੁੰਦਾ ਸੀ ਕਿ ਕਿਹੜੇ ਘਰ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਹੈ, ਕਿਵੇਂ ਕੀ ਹੈ। ਸੋ ਉਹ ਫਿਰ ਉਹਦਾ ਜਿਹੜਾ ਭੇਸ ਬਦਲਿਆ ਹੁੰਦਾ ਸੀ, ਲੋਕਾਂ ਨੂੰ ਪਤਾ ਨਹੀਂ ਸੀ ਹੁੰਦਾ। ਸੋ ਹੁਣ ਆਮ ਲੋਕ, ਆਮ ਜਿਹੜੇ ਸਰਕਾਰੀ ਅਦਾਰੇ ਆ, ਉਹਨਾਂ ਨੂੰ ਹਜੇ ਤੱਕ ਨਹੀਂ ਪਤਾ ਕਿ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਰਾਜ ਜਿਹੜਾ ਉਹ ਵਾਪਸ ਆ ਗਿਆ। ਭੇਸ ਬਦਲ ਕੇ ਵੀ ਘੁੰਮ ਰਹੇ ਨੇ ਵਿਧਾਇਕ, ਜਾਂ ਫਿਰ ਕਿਸੇ ਵੇਲੇ ਵੀ ਛਾਪੇਮਾਰੀ ਕੀਤੀ ਜਾ ਸਕਦੀ ਹੈ। ਸੋ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ, ਕਿਉਂਕਿ ਆਦਤਾਂ ਬੜੀਆਂ ਲੰਬੀਆਂ ਪਈਆਂ ਹੋਈਆਂ, 47 ਤੋਂ ਲੈ ਕੇ ਆਦਤਾਂ ਪਈਆਂ ਹੋਈਆਂ ਤੇ ਖੂਨ ਦੇ ਵਿੱਚ ਸਾਡੇ ਇਹ ਚੀਜ਼ਾਂ ਨੇ। ਕਹਿੰਦੇ ਆ ਕਿ ਭਾਰਤ
पाकिस्तान ਜਾਂ ਏਸ਼ੀਆ ਦੇ ਹੋਰ 4-5 ਮੁਲਕਾਂ ਦੀ ਜਦੋਂ ਗੱਲ ਕਰਦੇ ਆ ਨਾ, ਤਾਂ ਇਹ ਮੰਨਿਆ ਜਾਂਦਾ ਹੈ, ਵੱਡੇ ਵੱਡੇ ਫਿਲਾਸਫਰ ਵੀ ਇਹ ਮੰਨਦੇ ਆ ਕਿ ਜਿਹੜੀ ਕਰਪਸ਼ਨ ਹੈ ਉਹ ਸਾਡੇ ਖੂਨ ਦੇ ਵਿੱਚ ਹੈ। ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਅਫਗਾਨਿਸਤਾਨ, ਆ ਜਿੰਨੇ ਕੁ ਮੁਲਕ ਏਸ਼ੀਆ, ਸਾਊਥ ਏਸ਼ੀਆ ਦੇ ਵਿੱਚ ਆਉਂਦੇ ਨੇ, ਇਹਨਾਂ ਦੀ ਜਿਹੜੀ ਖੂਨ ਦੇ ਵਿੱਚ ਹੀ ਕਰਪਸ਼ਨ ਹੈਗੀ ਆ। ਸੋ ਜੇ 47 ਤੋਂ ਵੀ ਆਪਾਂ ਲੈ ਕੇ ਚੱਲੀਏ ਤਾਂ ਇਹ ਕਰਪਸ਼ਨ ਕੁਝ ਦਿਨਾਂ ਦੇ ਵਿੱਚ, 3 ਮਹੀਨਿਆਂ ਦੇ ਵਿੱਚ ਤਾਂ ਨਹੀਂ ਨਿਕਲ ਸਕਦੀ, ਕਿਉਂਕਿ ਜੇ 3 ਮਹੀਨਿਆਂ ਦੇ ਵਿੱਚ ਸਰਕਾਰ ਪੰਜਾਬ ਵਿਰੋਧੀ ਫੈਸਲੇ ਕਰ ਸਕਦੀ ਹੈ, ਤਾਂ ਫਿਰ ਪੰਜਾਬ ਦੇ ਲੋਕਾਂ ਕੋਲੋਂ ਕਿਵੇਂ ਆਪਾਂ ਇਹ ਉਮੀਦ ਲਾ ਸਕਦੇ ਹਾਂ ਕਿ ਉਹ 3 ਮਹੀਨਿਆਂ ਦੇ ਵਿੱਚ ਹੀ ਸੁਧਰ ਕੇ ਤੇ ਇੱਕ ਅਮਰੀਕਾ ਵਰਗਾ ਰਾਜ ਜਿਹੜਾ ਹੈਗਾ ਉਹ ਦੇ ਦੇਣ, ਭਾਵੇਂ ਉਹ ਮੈਡੀਕਲ ਵਿਭਾਗ ਹੋਵੇ, ਭਾਵੇਂ ਰੂਲਸ ਐਂਡ ਰੈਗੂਲੇਸ਼ਨ ਹੋਣ। ਕੋਈ ਆਪਾਂ ਅੱਜ ਹੀ ਕਹਿ ਦਈਏ ਵੀ ਸਾਡਾ ਤੇ ਹੁਣ ਕੈਲੀਫੋਰਨੀਆ ਸੁਖਬੀਰ ਬਾਦਲ ਹੋਰਾਂ ਵਾਲਾ ਜਿਹੜਾ ਉਹ ਬਣ ਚੁੱਕਿਆ, ਇਸ ਤਰ੍ਹਾਂ ਨਹੀਂ ਹੁੰਦਾ। ਸੋ ਹੁਣ ਜਿਹੜੀ ਗੱਲ ਅਗਲੀ ਆ ਗਈ, ਹੁਣ ਜਿਹੜਾ ਇਹ ਵਤੀਰਾ ਹੈਗਾ ਵੀ ਦੋਨੇ ਪਾਸਿਆਂ ਨੂੰ ਦੇਖਣ ਦੀ ਲੋੜ ਹੈ, ਸਮਾਂ ਪਾ ਕੇ ਸਾਰਾ ਕੁਝ ਹੁੰਦਾ ਹੈ। ਇਹ ਨਹੀਂ ਕਿ ਅੱਜ ਤੁਸੀਂ ਵੀਸੀ ਨੂੰ ਜਿਹੜਾ ਉਸ ਗੱਦੇ ਦੇ ਉੱਤੇ ਲੰਮਿਆਂ ਪਾ ਦਿੱਤਾ ਤੇ ਇਹਦਾ ਮਤਲਬ ਹੈ ਵੀ ਹੁਣ ਸਾਰਾ ਸੁਧਾਰ ਹੋ ਜਾਊਗਾ, ਇਹਦੇ ਨਾਲ ਹੀ ਸਾਰੇ ਹਸਪਤਾਲਾਂ ਦੇ ਗੱਦੇ ਨਵੇਂ ਆ ਜਾਣਗੇ ਤਾਂ ਸਾਰਾ ਕੁਝ ਉਹ ਬੰਦ ਹੋ ਜਾਊਗਾ। ਇਸ ਤਰ੍ਹਾਂ ਨਹੀਂ ਹੁੰਦਾ। ਪੀਜੀਆਈ ਦੇ ਹਾਲਾਤ ਤੁਸੀਂ ਵੀ ਦੱਸੇ ਨੇ, ਤੇ ਜਾਂ ਹੋਰ ਹਸਪਤਾਲਾਂ ਦੇ ਹਾਲਾਤ ਜਿਹੋ ਜਿਹੇ ਹੈਗੇ ਆ ਉਹ ਆਪਾਂ ਦੇਖਦੇ ਰਹਿੰਦੇ ਆ। ਇਹ ਤਾਂ ਗੱਲ ਹੋ ਗਈ ਇਸ ਮਸਲੇ ਦੇ ਉੱਤੇ। ਹੁਣ ਜੇਕਰ ਤੁਸੀਂ ਸਵਾਲ ਪੁੱਛਦੇ ਹੋ ਕਿ ਜਿਹੜੇ ਵਿਰੋਧੀ ਨੇਤਾ ਨੇ ਉਹ ਜਾ ਕੇ ਮਿਲਦੇ ਪਏ ਨੇ ਜੱਫੀਆਂ ਪਾ ਕੇ, ਬਿਲਕੁਲ ਤੁਹਾਡੀ ਗੱਲ ਸਹੀ ਹੈ। ਬੜੀ ਹਾਸੋਹੀਣੀ ਜੀ ਸਥਿਤੀ ਵੀ ਜਿਹੜੀ ਬਣਾਈ ਰਾਜਾ ਵੜਿੰਗ ਹੋਰਾਂ ਨੇ ਜਾ ਕੇ ਵੀਸੀ ਦੇ ਹੱਥਾਂ 'ਚ ਹੱਥ ਜਿਵੇਂ ਪਾਏ, ਤਾਂ ਬੜੀ ਹਾਸੋਹੀਣੀ ਸਥਿਤੀ ਜੀ ਪੈਦਾ ਹੋ ਗਈ ਕਿ ਦੇਖੋ, ਦੇਖ ਕੇ ਨਾ ਵਤੀਰਾ ਏਦਾਂ ਲੱਗਦਾ ਵੀ ਦੇਖੋ ਯਾਰ, ਇਹ ਰਾਜਨੀਤਿਕ ਲੋਕ ਨੇ ਜਾਂ ਫਿਰ ਸਟੇਜਾਂ ਤੇ ਡਰਾਮੇ ਕਰਨ ਵਾਲੇ ਨੇ, ਜਾਂ ਇਹ ਉਹ ਡਰਾਮੇ ਕਾਮੇਡੀ ਕਰਨ ਵਾਲੇ, ਜਾਂ ਫਿਰ ਉਹ ਜਿਹੜੇ ਗਲੀ ਮੁਹੱਲਿਆਂ ਦੇ ਵਿੱਚ ਆ ਕੇ ਤਮਾਸ਼ੇ ਕਰਦੇ ਹੁੰਦੇ ਸੀ ਲੋਕ, ਕਿਤੇ ਉਹਨਾਂ ਦੀ ਝਲਕ ਇਹਨਾਂ ਦੇ ਵਿੱਚੋਂ ਪੈਂਦੀ ਹੈ। ਰਾਜਨੀਤਿਕ ਲੋਕ ਨਹੀਂ ਲੱਗਦੇ, ਕਿਉਂਕਿ ਰਾਜਨੀਤਿਕ ਲੋਕ, ਰਸੂਖ ਰੱਖਣ ਵਾਲੇ ਲੋਕ, ਜਿਨ੍ਹਾਂ ਨੂੰ ਲੋਕਾਂ ਨੇ ਚੁਣਿਆ ਹੋਵੇ, ਉਹ ਬੜੇ ਰਿਸਪੌਂਸੀਬਲ ਹੁੰਦੇ ਨੇ, ਬੜੇ ਸਹਿਜ ਤੇ ਠਰਮੇ ਨਾਲ ਚੱਲਣ ਵਾਲੇ, ਬੜੇ ਆਪਾਂ ਇਹ ਕਹਿ ਲਈਏ ਵੀ ਇੱਕ ਇੰਟੈਲੈਕਚੁਅਲ, ਉਸ ਤੋਂ ਬਾਅਦ ਐਜੂਕੇਟਡ ਪਰਸਨ ਉਹ ਹੁੰਦੇ ਆ, ਜਿਨ੍ਹਾਂ ਦੀ ਬਾਗਡੋਰ, ਜਿਨ੍ਹਾਂ ਨੇ ਬਾਗਡੋਰ ਲੋਕਾਂ ਨੇ ਉਹਨਾਂ ਦੇ ਹੱਥ ਸੌਂਪੀ ਹੁੰਦੀ ਆ। ਸੋ ਜਦੋਂ ਇਹ ਵਤੀਰੇ ਦੇਖਦੇ ਆ ਨਾ, ਤੇ ਬੜਾ ਤਰਸ ਆਉਂਦਾ ਤੇ ਸ਼ਰਮ ਵੀ ਆਉਂਦੀ ਹੈ ਕਿ ਅਸੀਂ ਇਹਨਾਂ ਲੋਕਾਂ ਨੂੰ ਚੁਣ ਕੇ ਅੱਗੇ ਭੇਜਿਆ ਹੋਇਆ। ਹੁਣ ਜੇ ਰਾਜੇ ਵੜਿੰਗ ਹੋਰਾਂ ਦੀ ਗੱਲ ਕਰ ਲਈਏ, ਕਿਵੇਂ ਵੀਸੀ ਦੇ ਹੱਥਾਂ 'ਚ ਹੱਥ ਪਾਏ ਜਾ ਕੇ, ਤੇ ਵੀਸੀ ਨੇ ਵੀ ਅੱਗੋਂ ਹੰਝੂ ਜਿਹੜੇ ਆ ਉਹ ਕੱਢ ਕੇ ਦੱਸੇ ਕਿ ਜਿਵੇਂ ਬਹੁਤ ਉਹਦੇ ਨਾਲ ਵੀ ਜਿਹੜੀ ਹੈ ਤਰਾਸਦੀ ਹੋ ਗਈ ਹੈ। ਸੋ ਜਿਸ ਕਰਪਟ ਸਿਸਟਮ ਦੀ ਆਪਾਂ ਗੱਲ ਕਰ ਰਹੇ ਹਾਂ, ਤਾਂ ਉਹ ਵੀਸੀ ਦੇ ਬਾਰੇ ਵੀ ਲੱਖਾ ਸਿਧਾਣਾ ਨੇ ਬਹੁਤ ਸਾਰਾ ਕੁਝ ਪੜਤਾਂ ਫੋਲੀਆਂ ਨੇ ਆਪਣੀ ਇੱਕ ਵੀਡੀਓ ਦੇ ਵਿੱਚ ਕਿ ਕਿੰਨੇ ਜਿਹੜੇ ਕਰਪਸ਼ਨ ਦੇ ਕੇਸ, ਜਾਂ ਫਿਰ ਜਿਹੜੀਆਂ ਧੱਕੇ ਨਾਲ ਲੋਕਾਂ ਨੂੰ ਨੌਕਰੀ ਤੇ ਰਖਾਇਆ, ਜਾਂ ਫਿਰ ਉਹਨਾਂ ਨੂੰ ਪੱਕਿਆਂ ਪਰਮਾਨੈਂਟ ਕਰਾਇਆ, ਉਹ ਵੀਸੀ ਦੇ ਉੱਤੇ ਵੀ ਚੱਲ ਰਹੇ ਨੇ। ਸੋ ਹੁਣ ਆਪਾਂ ਇੰਨੇ ਦੁੱਧ ਧੋਤੇ ਤਾਂ ਹੈ ਨਹੀਂ ਕਿ ਸਾਡੇ ਕੋਈ ਵਿਧਾਇਕ ਆ ਗਿਆ ਜਾਂ ਕੋਈ ਵਿਰੋਧੀ ਧਿਰ ਦਾ ਨੇਤਾ, ਉਹਨੂੰ ਹੰਝੂ ਕੱਢ ਕੇ ਤੁਸੀਂ ਵੀ ਦੱਸਣ ਲੱਗ ਪਏ ਹੋ, ਤੇ ਉਹ ਵਿਰੋਧੀ ਧਿਰ ਦਾ ਨੇਤਾ ਵੀ ਇਸ ਤਰ੍ਹਾਂ ਆ ਕੇ ਉਹ ਵੀਸੀ ਨੂੰ ਮਿਲ ਰਿਹਾ ਵੀ ਜਿਵੇਂ ਪੰਜਾਬ ਦੀ ਧਰਤੀ ਦੇ ਉੱਤੇ ਬੇਇੱਜ਼ਤੀ ਦਾ, ਬੇਅਦਬੀ ਦਾ ਪਹਿਲਾ ਕੇਸ ਹੀ ਹੋਇਆ ਹੋਵੇ। ਮਤਲਬ ਇਸ ਤੋਂ ਪਹਿਲਾਂ ਕਦੀ ਇਹ ਚੀਜ਼ਾਂ ਨਾ ਹੋਈਆਂ ਹੋਣ। ਰਾਜਾ ਵੜਿੰਗ ਹੋਰੀ ਆ ਕੇ ਇਸ ਤਰ੍ਹਾਂ ਰਿਐਕਟ ਕਰ ਰਹੇ ਆ। ਉਹ ਮਾਹੌਲ ਇੱਕ ਡਰਾਮੇ ਤੋਂ ਘੱਟ ਕਿਤੇ ਨਹੀਂ ਲੱਗ ਰਿਹਾ। ਹੁਣ ਜੇ ਆਪਾਂ ਬੇਅਦਬੀਆਂ ਦੀ ਗੱਲ ਕਰੀਏ, ਇੱਕ ਪਰਸਨ ਹੈ, ਸਿੰਗਲ ਪਰਸਨ ਹੈ, ਜਿਹੜਾ 100 ਗਲਤੀਆਂ, ਕਿਉਂਕਿ ਇਨਸਾਨ ਗਲਤੀ ਦਾ ਪੁਤਲਾ ਹੈ, ਵੀਸੀ ਨੂੰ ਵੀ ਆਪਾਂ ਇਸ ਤਰ੍ਹਾਂ ਲੈਨੇ ਆ, ਉਹ ਇੱਕ ਪਰਸਨ ਹੈ, ਇੱਕ ਬੰਦਾ ਹੈ। ਦੂਜੇ ਪਾਸੇ ਆਪਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਗੱਲ ਕਰਦੇ ਹਾਂ, ਤਾਂ ਰਾਜਾ ਵੜਿੰਗ ਹੋਰਾਂ ਨੇ ਅੱਜ ਤੱਕ ਉਹਦੇ ਵਿੱਚ ਆਪਣਾ ਕੋਈ ਤਨਦੇਹੀ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ, ਕੋਈ ਮਨੋਂ ਗੱਲ ਨਹੀਂ ਕੀਤੀ ਭਈ ਇੱਕ ਪਾਸੇ ਗੁਰੂ ਹੈ ਸਾਡਾ, ਉਹਦੀਆਂ ਬੇਅਦਬੀਆਂ ਕਿੰਨੀ ਵਾਰ ਹੋ ਗਈਆਂ। ਸੋ ਹੁਣ ਇੱਕ ਵੀਸੀ ਨੂੰ ਜੇਕਰ ਲੰਮਾ ਪਾ ਦਿੱਤਾ ਤਾਂ ਉਹਨੂੰ ਤੁਸੀਂ ਝੱਟ ਲੈਣ ਪਹੁੰਚ ਗਏ। ਇੱਥੇ ਪਤਾ ਨਾ ਵੀ ਗੁਰੂ ਗ੍ਰੰਥ ਸਾਹਿਬ ਨੇ ਅੱਗੋਂ ਰਿਐਕਟ ਨਹੀਂ ਕਰਨਾ, ਉੱਥੋਂ ਵੋਟਾਂ ਨਹੀਂ ਮਿਲਣੀਆਂ, ਤੇ ਇਧਰ ਵੀਸੀ ਜਿਹੜਾ ਰਿਐਕਟ ਵੀ ਕਰੂਗਾ, ਉਹ ਡਰਾਮਾ ਵੀ ਬਣੇਗਾ, ਤੇ ਫਿਰ ਵੋਟਾਂ ਦਾ ਬੈਂਕ ਜਿਹੜਾ ਹੈਗਾ ਉਹ ਵੀ ਇਕੱਠਾ ਹੋਊਗਾ। ਸੋ ਹੁਣ ਜਦੋਂ ਰਾਜਾ ਵੜਿੰਗ ਦੀ ਵੀ ਗੱਲ ਕਰਦੇ ਆ, ਇਹ ਮਤਲਬ ਕਾਂਗਰਸ ਪਾਰਟੀ ਤੋਂ ਨੇ। ਹੁਣ ਇਹਨਾਂ ਨੂੰ ਇਹ ਪੁੱਛਿਆ ਜਾਣਾ ਚਾਹੀਦਾ ਹੈ ਵੀ ਜਦੋਂ ਭਰਤ ਭੂਸ਼ਣ ਆਸ਼ੂ ਨੇ ਲੁਧਿਆਣੇ ਦੇ ਇੱਕ ਸਕੂਲ ਸਮਾਗਮ ਦੇ ਵਿੱਚ ਬੱਚਿਆਂ ਸਾਹਮਣੇ, ਸਟਾਫ ਸਾਹਮਣੇ, ਜਿੱਥੇ ਸੈਂਕੜੇ ਲੋਕ, ਬੱਚਿਆਂ ਦੇ ਮਾਪੇ ਵੀ ਆਏ ਹੋਏ ਆ, ਵੀਡੀਓ ਬਣ ਰਹੀ ਹੈ, ਉੱਥੇ ਇੱਕ ਮਹਿਲਾ ਪ੍ਰਿੰਸੀਪਲ ਦੀ ਬੇਅਦਬੀ ਕੀਤੀ, ਮਾਫ ਕਰਨਾ ਬੇਇੱਜ਼ਤੀ ਕੀਤੀ ਕਿ ਤੁਸੀਂ ਲੇਟ ਹੋ 10 ਮਿੰਟ। ਉਹਨਾਂ ਦੀ ਕਿੰਨੀ ਬੇਇੱਜ਼ਤੀ ਜਿਹੜੀ ਹੈਗੀ ਆ ਉਹ ਮੌਕੇ ਦੇ ਉੱਤੇ ਕੀਤੀ ਗਈ। ਉਸ ਤੋਂ ਬਾਅਦ ਜੇ ਸਾਧੂ ਸਿੰਘ ਧਰਮਸੋਤ, ਉਹ ਵੀ ਰਾਜਾ ਵੜਿੰਗ ਹੋਰਾਂ ਦੇ ਸਾਥੀ ਨੇ, ਅੱਜ ਜੇਲ੍ਹ ਦੇ ਵਿੱਚ ਨੇ, ਉਹਨਾਂ ਦੇ ਜਿਹੜੇ ਕੀਤੇ ਕਾਰਨਾਮੇ ਨੇ, ਉਹ ਵੀ ਇੱਕ ਜਗ੍ਹਾ ਤੇ ਪਹੁੰਚਦੇ ਆ, ਕਹਿੰਦੇ ਨੀਂਹ ਪੱਥਰ ਦੇ ਵਿੱਚ ਮੇਰਾ ਨਾਮ ਨਹੀਂ ਹੈ। ਉਹ ਵੀ ਉੱਥੇ ਮਹਿਲਾ ਜਿਹੜੀ ਸੀਗੀ, ਇੱਕ ਅਫਸਰ ਹੈ, ਉਹਨੂੰ ਪੈ ਜਾਂਦੇ ਨੇ, ਉਹਦੀ ਬੇਇੱਜ਼ਤੀ ਕਰਦੇ ਨੇ ਰੱਜ ਕੇ। ਸੋ ਰਾਜਾ ਵੜਿੰਗ ਹੋਰੀ ਉਦਣ ਵੀ ਗਾਇਬ ਸੀ, ਰਾਜਾ ਵੜਿੰਗ ਹੋਰੀ ਧਰਮਸੋਤ ਬਾਰੇ ਵੀ ਗਾਇਬ ਸੀ, ਤੇ ਆਸ਼ੂ ਜਿਹੜੇ ਭਰਤ ਭੂਸ਼ਣ ਆਸ਼ੂ ਹੈ, ਉਹਨਾਂ ਦੀ ਇੱਕ ਵੀਡੀਓ ਵੀ, ਆਡੀਓ ਵਾਇਰਲ ਹੁੰਦੀ ਹੈ, ਮਾਫ ਕਰਨਾ ਬਲਵਿੰਦਰ ਸਿੰਘ ਸੇਖੋਂ, ਜਿਹੜੇ ਇੱਕ ਪੁਲਿਸ ਅਫਸਰ ਸੀ, ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ, ਉਹ ਬਾਹਰ ਹੋ ਗਏ ਆ। ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਹੋਇਆ ਕਿ ਉਹਨਾਂ ਨੂੰ ਆਪਣੀ ਨੌਕਰੀ ਛੱਡਣੀ ਪਈ ਹੈ। ਉਹਨਾਂ ਦੇ ਨਾਲ ਜੇਕਰ ਉਹ ਆਡੀਓ ਭਰਤ ਭੂਸ਼ਣ ਆਸ਼ੂ ਦੀ ਸੁਣਦੇ ਹੋ, ਤਾਂ ਉਹਦੇ ਵਿੱਚ ਉਹ ਸਾਫ਼ ਕਹਿੰਦੇ ਨਜ਼ਰ ਆਉਂਦੇ ਆ ਕਿ ਮੇਰੇ ਏਰੀਆ ਦੇ ਵਿੱਚ ਤੂੰ ਆਪਣੀ ਮਰਜ਼ੀ ਨਹੀਂ ਚਲਾਉਣੀ। ਉਹ ਕਹਿੰਦਾ ਕਿ ਮੈਂ ਪੁਲਿਸ ਅਫਸਰ ਹਾਂ,
पर आशू ਜਿਹੜੇ ਆ ਅੱਗੋਂ ਕਹਿੰਦੇ ਆ ਵੀ ਹੋਏਗਾ ਤੂੰ, ਮੈਨੂੰ ਕੋਈ ਲੈਣ ਦੇਣ ਨਹੀਂ, ਮੇਰੇ ਏਰੀਏ ਦੇ ਵਿੱਚ ਤੇਰੀ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ, ਜੇਕਰ ਤੂੰ ਇੰਟਰਫੇਰੈਂਸ ਕਰੇਗਾ ਫਿਰ ਇਹਦੇ ਨਤੀਜੇ ਭੁਗਤਣ ਲਈ ਤਿਆਰ ਹੋ ਜੀ। ਸੋ ਕਾਂਗਰਸ ਪਾਰਟੀ ਖੁਦ ਇਹੋ ਜਿਹੇ ਲੀਡਰ ਜਿਹੜੇ ਨੇ ਉਹਨਾਂ ਨੂੰ ਰੱਖ ਕੇ ਲੰਬੇ ਟਾਈਮ ਤੋਂ ਵੱਡੇ ਵੱਡੇ ਅਹੁਦਿਆਂ ਨਾਲ ਨਵਾਜ਼ਦੀ ਆ ਰਹੀ ਹੈ, ਤੇ ਰਾਜਾ ਵੜਿੰਗ ਹੋਰੀ ਹੱਥਾਂ 'ਚ ਹੱਥ ਐ ਪਾਉਂਦੇ ਨੇ ਜਿਵੇਂ ਕੋਈ ਫਿਲਮੀ ਸੀਨ ਹੋਵੇ। ਜਿਵੇਂ ਦੇਖਿਆ ਨਾ, ਇੱਕ ਲਵ ਸੀਨ ਚੱਲਦਾ ਹੁੰਦਾ ਬਾਲੀਵੁੱਡ ਦੀਆਂ ਸਕਰੀਨਾਂ ਦੇ ਉੱਤੇ, ਹੀਰੋ ਤੇ ਹੀਰੋਇਨ ਹੱਥਾਂ 'ਚ ਹੱਥ ਪਾਉਂਦੇ ਨੇ, ਉਹ ਫਿਰ ਕੋਈ ਗੁਜ਼ਾਰਿਸ਼ ਕਰਦੀ ਹੈ ਤੇ ਅੱਗੋਂ ਉਹਨੂੰ ਜਵਾਬ ਦਿੱਤਾ ਜਾਂਦਾ ਕਿ ਨਹੀਂ ਤੇਰੇ ਨਾਲ ਮੈਂ ਬੁਰਾ ਨਹੀਂ ਹੋਣ ਦਿਆਂਗਾ, ਉਹਦੇ ਹੰਝੂ ਪੂੰਝੇ ਜਾਂਦੇ ਨੇ। ਸੋ ਇਸ ਤਰ੍ਹਾਂ ਦਾ ਉਹ ਵਤੀਰਾ, ਉਹ ਸੀਨ ਜਿਹੜਾ ਹੈਗਾ ਉਹ ਕ੍ਰੀਏਟ ਕਰ ਦਿੱਤਾ ਗਿਆ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਲੋਕਾਂ ਨੂੰ। ਦੂਸਰੀ ਜਦੋਂ ਆਪਾਂ ਗੱਲ ਕਰਦੇ ਹਾਂ ਅਕਾਲੀ ਦਲ ਦੀ, ਸੁਖਬੀਰ ਬਾਦਲ ਹੋਰੀ ਵੀ ਕਹਿੰਦੇ ਜੀ ਬੜਾ ਮਾੜਾ ਹੋ ਗਿਆ ਵੀਸੀ ਦੇ ਨਾਲ, ਕਿਉਂਕਿ ਇਹ ਮੁੱਦਾ ਹਾਈਲਾਈਟ ਹੈ, ਇਹਨੂੰ ਹਰ ਕੋਈ ਚਾਹੁੰਦਾ ਕੈਸ਼ ਕਰਨਾ। ਦਲਜੀਤ ਚੀਮਾ ਨੇ ਉਹ ਵੀ ਕਹਿੰਦੇ ਨੇ। ਹੁਣ ਮੈਂ ਇਹਨਾਂ ਨੂੰ ਸਵਾਲ ਪੁੱਛਣਾ ਚਾਹੁੰਦਾ ਵੀ ਸਿਕੰਦਰ ਸਿੰਘ ਮਲੂਕਾ ਤੁਹਾਡੀ ਪਾਰਟੀ ਦੇ ਨੇ ਨਾ, ਦਾੜੀ ਬੰਨ ਕੇ ਰੱਖਦੇ ਨੇ, ਬੜੇ ਉੱਚੇ ਸੁੱਚੇ ਲੱਗਦੇ ਨੇ ਦੇਖਣ ਨੂੰ, ਸ਼ਖਸੀਅਤ ਕਹੀਏ ਵੀ ਇੱਕ ਸਿੱਖ ਸੂਰਤ ਵਾਲੇ ਨੇ, ਜਿਨ੍ਹਾਂ ਨੇ ਇੱਕ ਲੜਕੀ ਦੀ, ਸਾਡੀ ਪੰਜਾਬ ਦੀ ਇੱਕ ਧੀ ਦੀ ਗੁੱਤ ਤੋਂ ਫੜ ਕੇ ਉਹਨੂੰ ਘੁਮਾਇਆ ਤੇ ਉਹਦੇ ਚਪੇੜਾਂ ਮਾਰੀਆਂ ਸੀ, ਉਹਦੇ ਮੂੰਹ ਦੇ ਉੱਤੇ ਚਪੇੜਾਂ ਮਾਰੀਆਂ। ਉਹ ਵੀਡੀਓ ਅੱਜ ਵੀ ਇੰਟਰਨੈਟ ਦੇ ਉੱਤੇ ਹੈ। ਉਹ ਤੁਹਾਡੀ ਪਾਰਟੀ ਦੇ ਨੇ ਨਾ। ਵੀਸੀ ਸਾਹਿਬ ਨੂੰ ਤਾਂ ਗੱਦੇ ਦੇ ਉੱਤੇ ਲਟਾਇਆ ਹੀ ਹੈ, ਤੁਹਾਡੇ ਮਲੂਕਾ ਸਾਹਿਬ ਨੇ ਕੀ ਕੀਤਾ ਬਈ? ਜੇ ਹੁਣ ਬਲਟੋਹਾਰਾਂ ਦੀ ਗੱਲ ਕਰ ਲਈਏ, ਉਹਨਾਂ ਦੀਆਂ ਵੀ ਕਰਦਿਆਂ ਦੀਆਂ ਮੰਦੀ ਸ਼ਬਦਾਵਲੀ, ਗਲਤ ਜਿਹੜੀ ਹੈ ਬੋਲਬਾਣੀ ਜਿਹੜੀ ਉਹਨਾਂ ਦੇ ਨਾਲ ਵੀ ਬੜੀ ਵਾਰੀ ਨੋਟ ਕੀਤੀ ਗਈ ਹੈ। ਤੀਜੀ ਜੇਕਰ ਆਪਾਂ ਗੱਲ ਕਰ ਲਈਏ ਇਹਨਾਂ ਦੀ ਜਿਹੜੀਆਂ ਬੇਅਦਬੀਆਂ ਹੁੰਦੀਆਂ ਨੇ, ਉਸ ਤੋਂ ਬਾਅਦ ਧਰਨੇ ਲੱਗਦੇ। ਤੁਹਾਡੀ ਸਰਕਾਰ ਵੇਲੇ ਤਾਂ ਗੋਲੀਆਂ ਚੱਲ ਜਾਂਦੀਆਂ। ਤੁਸੀਂ ਕਿੰਨੀ ਵਾਰ ਉਹਨਾਂ ਪਰਿਵਾਰਾਂ ਦੇ ਕੋਲ ਗਏ ਹੋ? ਸੁਖਰਾਜ ਸਿੰਘ ਜਿਨ੍ਹਾਂ ਦੇ ਪਿਤਾ ਸ਼ਹੀਦ ਹੋ ਗਏ, ਜਾਂ ਸੁਖਜੀਤ ਸਿੰਘ ਮੁੰਡਾ ਸੀ ਉਹਨਾਂ ਦਾ ਪਰਿਵਾਰ, ਕਿੰਨੀ ਵਾਰ ਤੁਸੀਂ ਉੱਥੇ ਗਏ ਹੋ? ਤੁਹਾਡੀ ਸਰਕਾਰ ਵੇਲੇ ਜਸਪਾਲ ਸਿੰਘ ਚੌੜ ਸਿੱਧਵਾਂ, ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ। 2012 ਦੀ ਗੱਲ ਹੈ। ਤੁਸੀਂ ਕਿੰਨੀ ਵਾਰੀ ਉਹਨਾਂ ਦੇ ਘਰ ਜਾ ਕੇ ਆ ਡਰਾਮਾ ਕੀਤਾ ਜਿਹੜਾ ਵੀਸੀ ਵਾਰੀ ਕਰ ਰਹੇ ਹੋ? ਸੋ ਇਹ ਸਭ ਡਰਾਮੇਬਾਜ਼ੀ ਹੈ। ਅੱਜ ਵੀ 2022 ਦੇ ਵਿੱਚ ਜੇਕਰ ਲੋਕ ਸਿਆਣੇ ਨਹੀਂ ਹੁੰਦੇ ਤਾਂ ਇਹ ਲੋਕ ਡਰਾਮੇਬਾਜ਼ੀ ਜਿਹੜੀ ਹੈ ਕਰਦੇ ਰਹਿਣਗੇ। ਮੈਨੂੰ ਤਾਂ ਲੱਗਦਾ ਭਾਈ ਇਹ ਕਿਤੇ ਨਾ ਕਿਤੇ ਗੁਪਤ ਤਰੀਕੇ ਦੇ ਨਾਲ ਡਰਾਮੇ ਦੀਆਂ ਵੀ ਕਲਾਸਾਂ ਲਾਉਂਦੇ ਨੇ। ਇਹ ਡਰਾਮੇ ਜਿਹੜੇ ਹੁੰਦੇ ਨਾ, ਜਿਹੜੇ ਚੱਲਦੇ ਸਟੇਜੀ ਡਰਾਮੇ, ਇਹ ਸਪੈਸ਼ਲ ਇਹਨਾਂ ਨੇ ਟ੍ਰੇਨਰ ਰੱਖੇ ਹੋਏ ਨੇ ਕਿ ਡਰਾਮਾ ਕਰਨ ਨੂੰ ਕਿਹੜੇ ਇਮੋਸ਼ਨ ਕਿੱਥੇ ਦਿਖਾਣੇ ਆ, ਕਿੱਦਾਂ ਦਾ ਫੇਸ ਜਿਹੜਾ ਹੈਗਾ ਫਲਾਣੇ ਸਪੋਰਟ ਤੇ ਜਾ ਕੇ ਬਣਾਉਣਾ। ਮੈਨੂੰ ਲੱਗਦਾ ਹੈ ਕਿ ਗੁਪਤ ਤਰੀਕੇ ਨਾਲ ਕਲਾਸਾਂ ਲਾਉਂਦੇ ਆ, ਲੋਕਾਂ ਨੂੰ ਬੇਵਕੂਫ ਬਣਾਉਂਦੇ ਆ। ਕਿਉਂ? ਗੱਲ ਤਾਂ ਸਿੱਧੀ ਹੈ ਕਿ ਹੁਣ ਉਹ ਲੋਕ ਨੇ, ਉਹ ਇਹਨਾਂ ਦੀ ਡਰਾਮੇਬਾਜ਼ੀ ਆਖਰ ਸਮਝ ਕਿਉਂ ਨਹੀਂ ਰਹੇ? ਪੰਜਾਬ ਦੇ ਲੋਕ ਹੀ ਨੇ ਨਾ, ਇਹ ਡਰਾਮੇਬਾਜ਼ੀ ਸਮਝ ਕਿਉਂ ਨਹੀਂ ਰਹੇ? ਇਹ ਹੁਣ ਵੱਡਾ ਸਵਾਲ ਹੈਗਾ। ਇਹ ਲੋਕ ਡਰਾਮੇ ਕਰਦੇ ਨੇ, ਜਦੋਂ ਇਹਨਾਂ ਵਾਰੀ ਹੁੰਦਾ ਉਦੋਂ ਕੋਈ ਨਹੀਂ ਬੋਲਦਾ, ਉਦੋਂ ਲੋਕਾਂ ਦੇ ਡਾਂਗਾ ਵੀ ਫਿਰਦੀਆਂ। ਹੁਣ ਜੇ ਇਹਨਾਂ ਨੂੰ ਇੰਨਾ ਹੀ ਇੱਕ ਵੀਸੀ ਦਾ ਕਹਿ ਲਈਏ, ਜੇ ਇੰਨਾ ਹੀ ਦੁੱਖ ਲੱਗਿਆ, ਤੇ ਦੂਸਰੇ ਪਾਸੇ ਮੈਂ ਤੁਹਾਡੇ ਨਾਲ ਜਿਹੜੀ ਵੀਡੀਓ ਤੁਸੀਂ ਦਿਖਾ ਰਹੇ ਹੋ, ਦਰਸ਼ਕੋ ਤੁਸੀਂ ਧਿਆਨ ਨਾਲ ਆਹ ਵੀਡੀਓ ਦੇਖੋ ਕਿ ਆ ਜਿਹੜੀ ਕੁੜੀ ਦੇ ਨਾਲ ਬਦਤਮੀਜ਼ੀ ਕੀਤੀ ਜਾ ਰਹੀ ਹੈ, ਪੁਲਿਸ ਕਿਵੇਂ ਉਹਨੂੰ ਫੜ ਰਹੀ ਹੈ, ਮਹਿਲਾ ਪੁਲਿਸ ਹੈ, ਕੁਝ ਪੁਰਸ਼ ਨੇ। ਸੋ ਇਹਦੇ ਨਾਲ ਕਿੰਨੀ ਬਦਤਮੀਜ਼ੀ ਕੀਤੀ ਜਾ ਰਹੀ ਹੈ। ਕੀ ਰਾਜਾ ਵੜਿੰਗ, ਸਿਕੰਦਰ ਸਿੰਘ ਮਲੂਕਾ, ਸੁਖਬੀਰ ਬਾਦਲ, ਦਲਜੀਤ ਸਿੰਘ ਚੀਮਾ, ਬੀਜੇਪੀ ਵਾਲੇ ਤੀਜੇ ਚੌਥੇ ਇਹ ਪਹੁੰਚੇ ਨੇ ਇਹਨਾਂ ਕੁੜੀਆਂ ਦੇ ਕੋਲ? ਹਜੇ 10 ਦਿਨ ਪੁਰਾਣੀ ਗੱਲ ਹੈ, ਪੱਗਾਂ ਲਾ ਦਿੱਤੀਆਂ ਗਈਆਂ ਚੰਡੀਗੜ੍ਹ ਭਗਵੰਤ ਮਾਨ ਦੀ ਰਿਹਾਇਸ਼ ਦੇ ਅੱਗੇ, ਉਹਨਾਂ ਦੇ ਉੱਤੇ ਪਾਣੀ ਦੀਆਂ ਬੁਛਾਰਾਂ ਕੀਤੀਆਂ ਗਈਆਂ। ਸੋ ਇਹ ਸਾਰਾ ਕੁਝ ਕਿਤੇ ਨਾ ਕਿਤੇ ਆਪਾਂ ਦੇਖੀਏ ਤੇ ਭਾਈ ਇਹ ਚੱਲਦਾ ਆਇਆ। ਹੁਣ ਇੱਥੇ ਦੋ ਗੱਲਾਂ ਹੋਰ ਵੀ ਨਿਕਲ ਕੇ ਸਾਹਮਣੇ ਆਉਣੀਆਂ। ਇਹ ਬੰਦੇ ਨੇ ਗਰੀਬ ਜਿਹੜੇ ਨੌਕਰੀਆਂ ਮੰਗ ਰਹੇ ਆ, ਦੂਜੇ ਪਾਸੇ ਉਹ ਬੀਸੀ ਹੈ ਜਿਹੜਾ ਵੱਡਾ ਬੰਦਾ ਨਾ ਚਾਹ ਕੇ ਵੀ ਉਹਦੀ ਸਰਕਾਰੀ ਦਰਬਾਰੇ ਚੱਲਦੀ ਹੈ ਤੇ ਅਸੀਂ ਅੱਜ ਉਹਦਾ ਸਾਥ ਦੇਣ ਲਈ ਖੜੇ ਹੋ ਗਏ ਹਾਂ। ਤੇ ਜਿਹੜੇ ਗਰੀਬ ਲੋਕ ਨੇ ਉਹਨਾਂ ਦੀ ਸਾਰ ਲੈਣ ਵਾਸਤੇ ਅਸੀਂ ਕਦੀ ਗਏ ਨਹੀਂ, ਉਹਨਾਂ ਦਾ ਤਾਂ ਨਾਮ ਵੀ ਨਹੀਂ ਲਿਆ ਸੀ ਆਪਣੀਆਂ ਸਪੀਚਾਂ 'ਚ। ਜਦੋਂ ਲੋਕਾਂ ਦੀਆਂ ਭਾਵਨਾਵਾਂ ਭੜਕਾਉਣੀਆਂ ਹੋਣ ਤਾਂ ਰਾਜਾ ਵੜਿੰਗ ਹੋਰੀ ਇੰਦਰਾ ਗਾਂਧੀ, ਬੀਬੀ ਇੰਦਰਾ ਗਾਂਧੀ ਵਾਲੀਆਂ ਟੀ-ਸ਼ਰਟਾਂ ਪਾ ਲੈਂਦੇ ਨੇ। ਸੋ ਇਹ ਸਾਰਾ ਡਰਾਮਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਆਪਾਂ ਕਹਿਣ ਨੂੰ ਹੈ, ਪਰ ਇਹ ਆਮ ਆਦਮੀ ਦੇ ਨਾਲ ਅੱਜ ਵੀ ਧੱਕਾ ਹੋ ਰਿਹਾ, ਜਿਵੇਂ ਅਕਾਲੀਆਂ ਵੇਲੇ ਹੁੰਦਾ ਸੀ, ਕਾਂਗਰਸੀਆਂ ਵੇਲੇ। ਇੱਥੇ ਵੀਸੀ ਦੀ ਪੁੱਛਗਿੱਛ ਹੈ, ਇੱਥੇ ਵੱਡੇ ਵੱਡੇ ਲੋਕਾਂ ਦੀ ਪੁੱਛਗਿੱਛ ਹੈ, ਪਰ ਆਮ ਆਦਮੀ ਜਿਹੜਾ ਹੈ ਉਹ ਅੱਜ ਵੀ ਧੱਕੇ ਖਾ ਰਿਹਾ, ਡਾਂਗਾ ਖਾ ਰਿਹਾ, ਸੜਕਾਂ ਦੇ ਉੱਤੇ ਉਹਨਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ। ਜੀ ਅਗਲਾ ਸਵਾਲ ਕਰ ਸਕਦੇ ਹੋ ਤੁਸੀਂ। ਸੁਰਜੀਤ ਸਿੰਘ ਜੀ, ਆਪਾਂ ਅੱਗੇ ਸਵਾਲ ਤੇ ਵਧਦੇ ਹਾਂ। ਤੋ ਜੋ ਮੈਂ ਸਵਾਲ ਪੁੱਛਿਆ ਸੀਗਾ ਤੇ ਤੁਸੀਂ ਜਵਾਬ ਵੀ ਉਸੇ ਅੰਦਾਜ਼ ਵਿੱਚ ਦਿੱਤਾ ਹੈ, ਤੇ ਆਪਾਂ ਆਪਣੇ ਅਗਲੇ ਸਵਾਲ ਤੇ ਆ ਜਾਂਦੇ ਹਾਂ। ਤੇ ਮੇਰਾ ਸਵਾਲ ਇਹ, ਸ਼ਾਇਦ ਤੁਸੀਂ ਹੱਸੋਗੇ ਜਾਂ ਤੁਹਾਨੂੰ ਸ਼ਾਇਦ ਕੋਈ ਅੰਦਰ ਦੀ ਰਿਪੋਰਟ ਜਾਂ ਅੰਦਰ ਦੀ ਕੋਈ ਹੁਣ ਗੱਲਬਾਤ ਪਤਾ ਹੋਵੇ। ਪੰਜਾਬ ਦੇ ਕਹਿ ਲਓ ਕਿ ਚੀਫ ਮਿਨਿਸਟਰ ਵੱਲੋਂ ਇੱਕ ਬਿਆਨ ਦਿੱਤਾ ਗਿਆ ਹੈ, ਜੋ ਪੰਜਾਬ ਦਾ ਹੈਲਥ ਸਿਸਟਮ ਹੈ, ਹੈਲਥ ਮਾਡਲ ਹੈ, ਇਸਦੀਆਂ ਤਾਰੀਫਾਂ, ਇਸਦੀਆਂ ਧੂਮਾਂ ਅਮਰੀਕਾ ਵਿੱਚ ਪੈ ਰਹੀਆਂ ਨੇ। USA ਵਿੱਚ ਇਸ ਦੀਆਂ ਪੂਰੇ ਚਰਚੇ ਸਾਰੇ ਪਾਸੇ ਹੋ ਰਹੇ ਨੇ। ਤੇ ਉਹ ਇਸ ਜੋ ਪੰਜਾਬ ਦਾ ਜੋ ਹੈਲਥ ਸਿਸਟਮ ਹੈ, ਹੈਲਥ ਮਾਡਲ ਹੈ, ਉਹ ਇਸਦੇ ਕਾਇਲ ਹੋ ਗਏ ਨੇ ਉਹ।
ਇਹ ਜਿਹਾ ਹੈਲਥ ਸਿਸਟਮ ਤਾਂ ਪੂਰੀ ਦੁਨੀਆ ਵਿੱਚ ਅਸੀਂ ਕਿਤੇ ਦੇਖਿਆ ਹੀ ਨਹੀਂ। ਮੁਹੱਲਾ ਕਲੀਨਿਕ ਵਾਲਾ ਕਹਿੰਦੇ ਫਾਰਮੂਲਾ ਜਿਹੜਾ ਅਮਰੀਕਾ ਮੰਗ ਰਿਹਾ ਸਾਡੇ ਕੋਲ। ਤੇ ਜਿਹੜਾ ਮੁਹੱਲਾ ਕਲੀਨਿਕ ਦਾ ਫਾਰਮੂਲਾ ਹੈ ਨਾ, ਇਹ ਅਮਰੀਕਾ ਇਸ ਨੂੰ ਅਡਾਪਟ ਕਰਨ ਨੂੰ ਫਿਰਦਾ ਹੈ। ਬਿਲਕੁਲ। ਤਾਂ ਆਹ ਜਿਹੜਾ ਸਿਸਟਮ ਮੁਹੱਲਾ ਕਲੀਨਿਕ ਦਾ, ਜੋ ਹੈਲਥ ਸਿਸਟਮ ਹੈ ਮੁਹੱਲਾ ਕਲੀਨਿਕ ਦਾ, ਇਹ ਪੰਜਾਬ ਦੇ ਵਿੱਚ, ਮੇਰਾ ਤੁਹਾਨੂੰ ਪਹਿਲਾ ਸਵਾਲ ਇਹ ਹੈ, ਅਮਰੀਕਾ ਤੇ ਆਪਾਂ ਬਾਅਦ ਚੋਂ ਪਹੁੰਚ ਜਾਵਾਂਗੇ, ਪਹਿਲਾਂ ਪੰਜਾਬ 'ਚ ਰੁਕ ਜਾਈਏ। ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਚੱਲਦੇ ਪਏ ਨੇ, ਉਸ ਨੂੰ ਕਿੰਨੇ ਨੰਬਰ ਦੋਗੇ? ਮੈਂ ਇੱਕ ਵਰਡ ਜਵਾਬ ਦੇ ਦਿਓ ਮੇਰੇ ਸਵਾਲ ਦਾ। ਨੰਬਰ ਤਾਂ 0 ਹੈ ਜੀ। ਉਹ ਹੁਣ ਤੁਸੀਂ ਇਹ ਨਾ ਕਿਉਂ ਜੇਕਰ ਪੁੱਛੋਗੇ ਤਾਂ ਤੁਹਾਨੂੰ ਮੈਂ ਦੱਸ ਦਿਆਂਗਾ, ਉਹਦੇ ਕਾਰਨ ਵੀ ਬਹੁਤ। ਚਲੋ ਤੁਸੀਂ ਕਾਰਨ ਦੇ ਨਾਲ ਫਿਰ ਦੱਸ ਦਿਓ ਕਿ ਅਜਿਹਾ ਕੀ ਅਮਰੀਕਾ ਨੂੰ ਦਿਖ ਗਿਆ ਕਿ ਉਹਨੇ ਪੂਰੀ ਦੁਨੀਆ ਨੂੰ, ਯਾਨੀ ਕਿ ਹੁਣ ਜੇ ਆਪਾਂ ਜਦੋਂ ਇੱਕ ਵਾਰ ਸ਼ੁਰੂ ਹੋਈ ਸੀ ਨਾ ਰਸ਼ੀਆ ਯੂਕਰੇਨ ਦੀ, ਤੇ ਉਰੇ ਵਾਲੇ ਜਿਹੜੇ ਡਾਕਟਰ ਨੇ ਉਹ ਤਾਂ ਉੱਥੇ ਪੜ੍ਹਨ ਜਾਂਦੇ ਪਏ ਨੇ। ਬਿਲਕੁਲ। ਤਾਂ ਉੱਥੇ ਪੜ੍ਹਨ ਜਾ ਰਹੇ ਨੇ ਕਿ ਉਰੇ ਦਾ ਸਿਸਟਮ ਤਾਂ ਸ਼ਾਇਦ ਉਹਨਾਂ ਦੇ ਮੁਕਾਬਲੇ ਕੁਝ ਵੀ ਨਹੀਂ ਹੈਗਾ। ਯੂਕਰੇਨ ਰਸ਼ੀਆ ਵਿੱਚ ਪੜ੍ਹਨ ਜਾਂਦੇ ਪਏ ਨੇ, ਉਰੇ ਤੋਂ ਉਹਨਾਂ ਤੋਂ ਸੀਟਾਂ ਨਹੀਂ ਮਿਲਦੀ ਪਈਆਂ, ਉਰੇ ਜੋ ਸਿਸਟਮ ਨਹੀਂ ਹੈਗਾ ਜਾਂ ਕੁਝ ਵੀ ਕਹਿ ਲਓ, ਚਲੋ ਠੀਕ ਹੈ ਥਾਂ ਤੇ। ਪਰ ਉਰੇ ਵਾਲੇ ਤਾਂ ਉੱਥੇ ਡਾਕਟਰ ਬਣਨ ਜਾਂਦੇ ਨੇ ਦੂਜੇ ਕੰਟਰੀਆਂ ਦੇ ਵਿੱਚ। ਅਮਰੀਕਾ ਨੇ ਜਿਹੜੀ ਕਿਹੜੀ ਬਾਜ਼ ਅੱਖ ਰੱਖੀ ਹੋਈ ਸੀ ਪੰਜਾਬ ਦੇ ਵਿੱਚ ਕਿ ਉਹਨੂੰ ਮੁਹੱਲਾ ਕਲੀਨਿਕ ਦਿਖ ਗਿਆ, ਤੇ ਹੁਣ ਉਹ ਬਾਜ਼ ਵਾਂਗੂ ਬਸ ਸ਼ਿਕਾਰ ਕਰਨ ਨੂੰ ਫਿਰਦਾ ਅਮਰੀਕਾ। ਮੁਹੱਲਾ ਨਹੀਂ ਜੀ, ਬਿਲਕੁਲ ਜੀ, ਇਹ ਗੱਲਾਂ ਬਿਲਕੁਲ ਸਹੀ ਨੇ। ਅਮਰੀਕਾ ਨੇ ਬਹੁਤ ਕੁਝ ਸਿੱਖਿਆ ਜਿਹੜਾ, ਤੇ ਹਜੇ ਕੰਟੀਨਿਊਟੀ ਦੇ ਨਾਲ ਉਹ ਦੇਖ ਰਿਹਾ ਹਰ ਗੱਲ ਜਿਹੜੀ ਹੈ ਜੋ ਇੰਡੀਆ ਦੇ ਵਿੱਚ ਹੁੰਦੀ ਹੈ, ਤੇ ਉਸ ਤੋਂ ਬਾਅਦ ਉਹਨੂੰ ਅਮਰੀਕਾ ਜਿਹੜਾ ਅਡਾਪਟ ਕਰਦਾ। ਹੁਣ ਜੇ ਗਊ ਮੂਤਰ ਦੀ ਵੀ ਗੱਲ ਕਰੀਏ ਤਾਂ ਉਹਨਾਂ ਨੂੰ ਕਿਹੜਾ ਪਤਾ ਸੀ ਇਸ ਗੱਲ ਦਾ। ਉਹ ਹੁਣ ਗਊ ਮੂਤਰ ਵੀ ਜਿਹੜਾ ਹੈਗਾ ਉਹ ਲੈ ਕੇ ਜਾ ਰਹੇ ਨੇ। ਇਹਨਾਂ ਨੇ ਦੱਸਿਆ ਕਿ ਇਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਠੀਕ ਹੋ ਜਾਂਦੀਆਂ। ਉਸ ਤੋਂ ਬਾਅਦ ਜਿਹੜਾ ਪਸ਼ੂਆਂ ਦਾ ਗੋਹਾ ਹੁੰਦਾ ਹੈ ਉਹਦੇ ਨਾਲ ਬਹੁਤ ਕੁਝ ਹੋ ਜਾਂਦਾ। ਸੋ ਇਹ ਚੀਜ਼ਾਂ ਹੌਲੀ ਹੌਲੀ ਅਮਰੀਕਾ ਸਿੱਖ ਰਿਹਾ। ਆਸ ਹੈ ਕਿ ਬਹੁਤ ਜਲਦੀ ਉਹ ਸਿੱਖ ਜਾਣਗੇ ਤੇ ਭਾਰਤ ਦੇ ਮੁਕਾਬਲੇ ਆ ਕੇ ਉਹ ਖੜੇ ਹੋ ਜਾਣਗੇ। ਸੋ ਇਹ ਚੀਜ਼ਾਂ ਹੈਗੀਆਂ ਨੇ। ਪਰ ਜੇ ਤੁਸੀਂ ਰਿਐਲਿਟੀ ਦੀ ਗੱਲ ਕਰੋ, ਜੇਕਰ ਮੇਰੇ ਤੋਂ ਰਿਐਲਿਟੀ ਪੁੱਛਣਾ ਚਾਹੁੰਦੇ ਹੋ ਤਾਂ ਫਿਰ ਮੈਂ ਰਿਐਲਿਟੀ ਵਾਲੇ ਪਾਸੇ ਆ ਜਾਂਦੇ ਹਾਂ, ਕਿਉਂਕਿ ਕਈ ਵਾਰ ਅਸੀਂ ਮਜ਼ਾਕ ਦੇ ਵਿੱਚ ਬਹੁਤ ਕੁਝ ਕਹਿ ਜਾਂਦੇ ਹਾਂ। ਇਹ ਉਸੇ ਤਰ੍ਹਾਂ ਦਾ ਮਜ਼ਾਕ ਅਸੀਂ ਕਰ ਰਹੇ ਹਾਂ ਜਿਵੇਂ ਦਾ ਭਗਵੰਤ ਮਾਨ ਹੋਰੀ ਕਰ ਰਹੇ ਨੇ, ਤੇ ਕਿਸੇ ਸਮੇਂ ਜਿਹੜੇ ਨੇ ਸੁਖਬੀਰ ਬਾਦਲ ਹੋਰੀ ਕਰਦੇ ਰਹੇ ਆ, ਜਾਂ ਕੈਪਟਨ ਅਮਰਿੰਦਰ ਸਿੰਘ ਹੋਰੀ ਕਰਦੇ ਰਹੇ ਆ। ਸੋ ਕਿਤੇ ਨਾ ਕਿਤੇ ਆ ਚੀਜ਼ਾਂ ਜਿਹੜੀਆਂ ਨੇ ਉਹ ਲਗਾਤਾਰ ਚੱਲੇ ਜਾ ਰਹੀਆਂ। ਮਤਲਬ ਕਿ ਪੰਜਾਬ ਦੇ ਲੋਕ ਜਾਂ ਫਿਰ ਪੂਰੇ ਭਾਰਤ ਦੇ ਲੋਕ, ਉਹਨਾਂ ਨੂੰ ਬੇਵਕੂਫ ਬਣਾਇਆ ਜਾਂਦਾ ਸਮੇਂ ਦੇ ਉੱਤੇ, ਉਹ ਉਹਨਾਂ ਮੁਲਕਾਂ ਦੇ ਨਾਲ ਕਰਕੇ। ਹੁਣ ਇਹਦੇ ਨਾਲ ਭਗਵੰਤ ਮਾਨ ਵਾਲੇ ਮਸਲੇ ਦੇ ਉੱਤੇ ਤੇ ਆਪਾਂ ਬਾਅਦ ਚ ਗੱਲ ਕਰ ਲੈਂਦੇ ਹਾਂ। ਪਹਿਲਾਂ ਨਰਿੰਦਰ ਮੋਦੀ ਹੋਰਾਂ ਦਾ ਪਿਛਲੇ ਦਿਨੀ ਇੱਕ ਬਿਆਨ ਆਇਆ, ਉਹਦੇ ਉੱਤੇ ਵੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਉਹਨਾਂ ਨੇ ਕਿਹਾ ਕਿ ਹੁਣ ਜਿਹੜਾ ਭਾਰਤ ਹੈ ਅਮਰੀਕਾ, ਕੈਨੇਡਾ ਤੇ ਇੰਗਲੈਂਡ ਵਾਲੇ ਲੈਵਲ ਦੇ ਉੱਤੇ ਜਾ ਪਹੁੰਚਿਆ। ਮਤਲਬ ਕਿ ਉਹਨਾਂ ਵਾਲੀ ਲੜੀ ਦੇ ਵਿੱਚ ਹੈ ਹੁਣ ਸਾਡਾ ਲੈਵਲ। ਉਹ ਸਾਨੂੰ ਅਫਗਾਨਿਸਤਾਨ, ਪਾਕਿਸਤਾਨ, ਸ਼੍ਰੀਲੰਕਾ ਨਾ ਸਮਝ ਲਿਓ, ਨੇਪਾਲ ਨਾ ਸਾਨੂੰ ਸਮਝ ਲਿਓ। ਅਸੀਂ ਉਸ ਲੜੀ ਦੇ ਵਿੱਚ ਆਉਣੇ ਆ ਜਿਸ ਲੜੀ ਦੇ ਵਿੱਚ ਅਮਰੀਕਾ, ਕੈਨੇਡਾ, ਇੰਗਲੈਂਡ ਵਰਗੇ ਮੁਲਕ ਨੇ। ਸੋ ਹੁਣ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਉਹ ਵਿਚਾਰੀ ਭੋਲੀ ਜਨਤਾ ਜਿਹੜੀ ਸਮਝਦੀ ਹੈ ਕਿ ਸਾਡਾ ਪ੍ਰਧਾਨ ਮੰਤਰੀ ਜੋ ਬੋਲ ਰਿਹਾ ਉਹ ਸੱਚ ਹੈ, ਉਹ ਰਾਜਾ ਹਰੀਸ਼ ਚੰਦਰ ਵਾਲੀ ਗੱਲ ਹੈ। ਤੇ ਦੂਸਰੇ ਪਾਸੇ ਪੰਜਾਬ ਦੇ ਲੋਕ ਨੇ ਜਿਹੜੇ ਕਹਿੰਦੇ ਕਿ ਸ਼ਾਇਦ ਭਗਵੰਤ ਮਾਨ ਹੋਰੀ ਜੋ ਬੋਲ ਰਹੇ ਨੇ ਉਹ ਵੀ ਬਿਲਕੁਲ ਸੱਚ ਹੀ ਚੱਲ ਰਿਹਾ। ਪਰ ਕਿਤੇ ਨਾ ਕਿਤੇ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਇਹ ਕੋਹਾਂ ਦੂਰ ਹੈ ਸੱਚਾਈ ਤੋਂ, ਕੋਹਾਂ ਦੂਰ ਨੇ ਇਹ ਸੱਚਾਈ ਤੋਂ, ਜਿਹੜੇ ਇਹ ਬਿਆਨ ਜਿਹੜੇ ਆ ਲਗਾਤਾਰ ਦਿੰਦੇ ਆ ਰਹੇ ਨੇ। ਹੁਣ ਨਰਿੰਦਰ ਮੋਦੀ ਹੋਰਾਂ ਨੂੰ ਇਹ ਪੁੱਛਣਾ ਚਾਹੀਦਾ ਵੀ ਜਦੋਂ ਡੋਨਲਡ ਟਰੰਪ ਭਾਰਤ ਫੇਰੀ ਦੇ ਉੱਤੇ ਆਉਂਦੇ ਨੇ ਤਾਂ ਉਹ ਸਲਮ ਜਿਹੜਾ ਸੀ, ਝੁੱਗੀਆਂ ਨੂੰ ਲੁਕਾਉਣ ਕਰਕੇ ਵੱਡੀ ਜਿਹੜੀ ਹੈ ਕੰਧ ਕੱਢ ਦਿੱਤੀ ਗਈ ਸੀ ਕਿ ਡੋਨਲਡ ਟਰੰਪ ਹੋਰੀ ਇੱਥੋਂ ਲੰਘਣਗੇ ਤਾਂ ਉਹ ਝੁੱਗੀਆਂ ਜਿਹੜੀਆਂ ਨੇ, ਝੌਂਪੜੀਆਂ ਨਾ ਦੇਖ ਲੈਣ। ਸੋ ਕੀ ਅਮਰੀਕਾ ਵੀ ਕਦੇ ਇਸ ਤਰ੍ਹਾਂ ਕਰਦਾ ਕਿ ਕੋਈ ਬਾਹਰੋਂ ਉਹਨਾਂ ਦੇ ਜਾਂਦਾ? ਕੋਈ ਤੁਸੀਂ ਖੁਦ ਹੀ ਜਾਣਦੇ ਹੋ ਮੋਦੀ ਸਾਹਿਬ, ਤਾਂ ਕਿੰਨੀ ਕੁ ਵਾਰ ਜਿਹੜਾ ਅਮਰੀਕਾ ਸਲਮ ਲੁਕਾਉਣ ਕਰਕੇ ਵੀ ਨਰਿੰਦਰ ਮੋਦੀ ਹੋਰੀ ਆ ਰਹੇ ਆ ਤੇ ਅਸੀਂ ਆਹ ਝੁੱਗੀਆਂ ਝੌਂਪੜੀਆਂ ਲਗਾ ਦਈਏ। ਉਹ ਵੀ ਕਿਤੇ ਕਰਦੇ ਨੇ ਇਹ ਕੁਛ। ਮਤਲਬ ਸਿਰਫ ਗੱਪਾਂ ਤੇ ਗੱਪਾਂ ਜਿਹੜੀਆਂ ਨੇ ਉਹ ਰੇੜੀਆਂ ਜਾ ਰਹੀਆਂ, ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ। ਕੁਛ ਇੱਕ ਰਾਸ਼ਟਰਵਾਦ ਜਿਹੜੀ ਹੈਗੀ ਨਾ, ਰਾਸ਼ਟਰਵਾਦ ਦੀ ਜਿਹੜੀ ਇੱਕ ਚਿਣਕ ਪੈਦਾ ਕੀਤੀ ਗਈ ਹੈ। ਬਸ ਜੋ ਵੀ ਹੈ ਉਹ ਸਾਨੂੰ ਐਕਸੈਪਟਡ ਹੈ। ਮਤਲਬ ਕਿ ਇਹੋ ਜਿਹੇ ਲੋਕਾਂ ਦੀ ਸੋਚ ਕਰ ਦਿੱਤੀ ਗਈ ਹੈ ਕਿ ਜਿਵੇਂ ਵੀ ਚੱਲੇਗਾ, ਮਹਿੰਗਾਈ ਹੋ ਜਾਵੇ, ਬੰਦੇ ਮਰਨ, ਧਰਮ ਦੇ ਨਾਂ ਤੇ ਭੜਕਾਇਆ ਜਾਵੇ ਜਾਂ ਕੁਝ ਵੀ ਹੋਵੇ, ਬਸ ਸਾਡਾ ਮੁਲਕ ਅਸੀਂ ਜਿੰਦਾਬਾਦ ਹੀ ਕਰਾਂਗੇ। ਕਰਨੀ ਵੀ ਚਾਹੀਦੀ ਆਪਣੇ ਮੁਲਕ ਦੀ ਹੈ, ਪਰ ਜਿੱਥੇ ਕਮੀਆਂ ਹੋਣ ਨਾ ਉਹਨਾਂ ਨੂੰ ਵੀ ਜਿਹੜਾ ਹੈ ਉਹ ਲਿਆਉਣਾ ਚਾਹੀਦਾ ਬਾਹਰ। ਹਰ ਗੱਲ ਦੇ ਉੱਤੇ ਪਰਦਾ ਪਾ ਕੇ ਸਰਦਾ ਨਹੀਂ ਹੁੰਦਾ। ਫਿਰ ਇਹੀ ਤਾਂ ਲਾਹਾ ਇਹ ਲੋਕ ਲੈਂਦੇ ਨੇ। ਖੈਰ, ਹੁਣ ਜਦੋਂ ਆਪਾਂ ਗੱਲ ਭਗਵੰਤ ਮਾਨ ਹੋਰਾਂ ਦੇ ਮੁਹੱਲਾ ਕਲੀਨਿਕ ਵਾਲੇ ਜਿਹੜਾ ਵਿਸ਼ੇ ਦੇ ਉੱਤੇ ਆ ਜਾਂਦੇ ਆ, ਭਗਵੰਤ ਮਾਨ ਹੋਰਾਂ ਨੇ ਪਿਛਲੇ ਦਿਨੀ ਮੀਡੀਆ ਨੂੰ ਕਿਹਾ ਕਿ ਜਿਹੜੀ ਸਾਡੀ ਮੁਹੱਲਾ ਕਲੀਨਿਕ ਵਾਲੀ ਸਕੀਮ ਜਾਂ ਆਈਡੀਆ ਫਾਰਮੂਲਾ ਹੈ ਉਹਨੂੰ ਅਮਰੀਕਾ ਵੀ ਮੰਗ ਰਿਹਾ ਹੈ। ਹੁਣ ਜਦੋਂ ਆਪਾਂ ਅਮਰੀਕਾ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਦੁਨੀਆ ਦਾ ਸਰਪੰਚ ਕਿਹਾ ਜਾਂਦਾ, ਦੁਨੀਆ ਦਾ ਸਰਪੰਚ ਕਿਹਾ ਜਾਂਦਾ। ਹਿਊਮਨ ਰਾਈਟਸ ਦੀ ਜਦੋਂ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਪਹਿਰਾ ਦੇਣ ਵਾਲਾ ਜਿਹੜਾ ਹੈ ਉਹ ਅਮਰੀਕਾ ਹੈ।
ਚਾਹੇ ਉਹਦੇ ਉੱਤੇ ਇਹ ਦੋਸ਼ ਲੱਗਦੇ ਨੇ ਕਿ ਫਲਾਣੇ ਮੁਲਕ ਦੇ ਵਿੱਚ ਜਾ ਕੇ ਉਹਨੇ ਅਟੈਕ ਕੀਤਾ, ਉੱਥੇ ਆਮ ਲੋਕ ਮਾਰੇ ਆ, ਬਹੁਤ ਕੁਝ ਕੀਤਾ। ਸੋ ਜਿਹੜੇ ਸਰਪੰਚ ਹੁੰਦਾ ਉਹਦੀ ਜ਼ਿੰਮੇਵਾਰੀ ਵੀ ਹੁੰਦੀ ਆ, ਉਹ ਜਾ ਕੇ ਹਰ ਇੱਕ ਮੁਲਕ ਦਾ ਜਿਹੜਾ ਕੋਈ ਮਸਲਾ ਹੁੰਦਾ ਉਹਨੂੰ ਸੈੱਟ ਕਰਦਾ ਆਪਣੇ ਤਰੀਕੇ ਦੇ ਨਾਲ। ਪਰ ਤੁਹਾਨੂੰ ਇਹ ਵੀ ਯਾਦ ਹੋਣਾ ਹੈ ਦੀਪਨ ਕਿ ਅੱਜ ਬਾਕੀ ਮੁਲਕਾਂ ਨੇ ਅਜ਼ਾਇਲਮ ਜਿਹੜੀ ਹੈ ਦੇਣੀ ਬੰਦ ਕਰ ਦਿੱਤੀ ਹੈ। ਜਦੋਂ ਤੁਸੀਂ ਅਜ਼ਾਇਲਮ ਲੈਂਦੇ ਹੋ ਨਾ ਬਾਹਰਲੇ ਮੁਲਕਾਂ 'ਚ ਜਾ ਕੇ ਕਿ ਮੈਨੂੰ ਖਤਰਾ ਹੈ, ਫਲਾਣੇ ਮੇਰੇ ਭਾਰਤ ਦੇ ਵਿੱਚ ਖਤਰਾ ਹੈ ਜਾਂ ਪਾਕਿਸਤਾਨ ਦੇ ਵਿੱਚ, ਬਾਕੀ ਮੁਲਕਾਂ ਆਲਮੋਸਟ ਬੰਦ ਕਰ ਚੁੱਕੀਆਂ। ਪਰ ਅਮਰੀਕਾ ਇੱਕ ਇਹੋ ਜਿਹਾ ਮੁਲਕ ਹੈਗਾ ਜਿਹੜਾ ਅਜ਼ਾਇਲਮ ਦਿੰਦਾ, ਜਾਂਦਿਆਂ ਨੂੰ ਤੁਹਾਨੂੰ ਜਿਹੜਾ ਹੈਗਾ ਉਹ ਨਾਗਰਿਕਤਾ ਜਿਹੜੀ ਆ ਉਹ ਦੇ ਦਿੰਦਾ ਤਕਰੀਬਨ 2-4 ਸਾਲ ਦੇ ਵਿੱਚ। ਜਿਹੜੇ ਤੁਸੀਂ ਦੇਖਦੇ ਹੋ ਕਿ ਰੋਜ਼ ਸਾਡੇ ਨੌਜਵਾਨ ਮੈਕਸੀਕੋ ਰਾਹੀਂ ਜਾਂਦੇ ਨੇ ਤੇ 2-2.5 ਸਾਲ ਦੇ ਵਿੱਚ ਉਹ ਪੱਕੇ ਹੋ ਜਾਂਦੇ ਆ। ਸੋ ਜਦੋਂ ਜਾ ਕੇ ਇਹ ਕਹਿੰਦੇ ਵੀ ਸਾਨੂੰ ਭਾਰਤ ਦੇ ਵਿੱਚ ਖਤਰਾ ਹੈ, ਪਾਕਿਸਤਾਨ 'ਚ ਖਤਰਾ ਹੈ, ਤਾਂ ਅਮਰੀਕਾ ਉਹ ਪਹਿਲਾ ਮੁਲਕ ਹੈ ਜਿਹੜਾ 2-2.5 ਸਾਲ ਦੇ ਵਿੱਚ ਉਹਨਾਂ ਨੂੰ ਸਿਟੀਜ਼ਨਸ਼ਿਪ ਦੇ ਕੇ ਕਹਿੰਦਾ ਵੀ ਭਾਈ ਇੱਥੇ ਰਹੋ, ਤੁਸੀਂ ਆਰਾਮ ਦੇ ਨਾਲ ਰਹਿ ਸਕੋਗੇ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਮੁਹੱਲਾ ਕਲੀਨਿਕ ਵਾਲੀ, ਤਾਂ ਮੈਡੀਕਲ ਦਾ ਜਦੋਂ ਆਪਾਂ ਗੱਲ ਕਰਦੇ ਹਾਂ, ਜਦੋਂ ਆਪਾਂ ਮੈਡੀਕਲ ਸਿਸਟਮ ਦੀ ਗੱਲ ਕਰਦੇ ਹਾਂ, ਤਾਂ ਅਮਰੀਕਾ ਦੇ ਵਿੱਚ ਇੰਨਾ ਜ਼ਿਆਦਾ ਡਿਵੈਲਪ ਹੈ ਕਿ ਦੁਨੀਆ ਭਰ ਦੇ ਵਿੱਚੋਂ ਲੋਕ ਉੱਥੇ ਇਲਾਜ ਕਰਵਾਉਣ ਜਾਂਦੇ ਨੇ, ਉੱਥੇ ਇਲਾਜ ਕਰਵਾਉਣ ਆਪਣਾ ਜਾਂਦੇ ਆ। ਮਤਲਬ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਇਲਾਜ ਹੋਵੇ, ਚੱਲ ਅਮਰੀਕਾ। ਹੁਣ ਪ੍ਰਕਾਸ਼ ਸਿੰਘ ਬਾਦਲ ਹੋਰੀ ਖੁਦ ਜਾਂਦੇ ਰਹੇ ਆ, ਇਹਨਾਂ ਦੀ ਜਿਹੜੀ ਧਰਮ ਪਤਨੀ ਸੀ ਬੀਬੀ ਸੁਰਿੰਦਰ ਕੌਰ, ਉਹ ਵੀ ਜਾਂਦੇ ਰਹੇ ਨੇ। ਸਮੇਂ-ਸਮੇਂ ਦੇ ਉੱਤੇ ਸਾਰੇ ਲੋਕ ਜਿਹੜੇ ਅਮਰੀਕਾ ਜਾ ਕੇ ਆਪਣੇ ਇਲਾਜ ਕਰਵਾਉਂਦੇ ਆ। ਮਤਲਬ ਜਦੋਂ ਦੁਨੀਆ ਦਾ ਸਰਪੰਚ ਅੱਜ ਉਹ ਤੁਹਾਡੇ ਮੁਹੱਲਾ ਕਲੀਨਿਕ ਵੱਲ ਦੇਖ ਰਿਹਾ, ਤਾਂ ਕਿੱਡੀ ਹਾਸੋਹੀਣੀ ਗੱਲ ਲੱਗਦੀ ਹੈ। ਜਿੱਥੇ ਜਾਣ ਨੂੰ ਲੋਕ ਤਰਸ ਰਹੇ ਹੋਣ, ਜਹਾਜ਼ਾਂ ਦੇ ਵਿੱਚ ਲਮਕ ਲਮਕ ਕੇ ਉੱਥੇ ਪਹੁੰਚਣਾ ਚਾਹੁੰਦੇ ਹੋਣ, ਤਾਂ ਉਹ ਸਿਸਟਮ ਵਧੀਆ ਹੋਇਆ ਜਾਂ ਫਿਰ ਮੁਹੱਲਾ ਕਲੀਨਿਕ ਜਾਂ ਫਿਰ ਪੰਜਾਬ ਭਾਰਤ ਦਾ ਸਿਸਟਮ ਵਧੀਆ ਹੋਇਆ? ਇਹ ਹੁਣ ਸਵਾਲ ਤਾਂ ਆਪੋ ਆਪਣੇ ਆਪ ਦੇ ਵਿੱਚ ਹੀ ਹਾਸੋਹੀਣ ਹੈ। ਜੇ ਹੁਣ ਤੁਸੀਂ ਮੁਹੱਲਾ ਕਲੀਨਿਕ ਵਾਲਾ ਜਿਹੜਾ ਆਈਡੀਆ ਫਾਰਮੂਲਾ ਪੰਜਾਬ ਦੇ ਵਿੱਚ ਲਾਗੂ ਕਰਨਾ ਚਾਹੁੰਦੇ ਹੋ, ਜੀ ਸਦਕੇ ਕਰੋ। ਪਰ ਜਿਹੜੇ ਸਰਕਾਰੀ ਹਸਪੀਟਲ ਜਿਨ੍ਹਾਂ ਦੇ ਗੱਦੇ ਸੜੇ ਹੋਏ ਨੇ, ਜਿਨ੍ਹਾਂ ਦੇ ਡਾਕਟਰ ਨਹੀਂ ਹੁੰਦੇ ਤੇ ਇਕੱਲੇ ਕਬੂਤਰ ਦੇਖੇ ਜਾਂਦੇ ਆ ਹਸਪਤਾਲਾਂ ਦੇ ਵਿੱਚ, ਪਹਿਲਾਂ ਉਹਨਾਂ ਨੂੰ ਤਾਂ ਪ੍ਰੋਪਰ ਠੀਕ ਕਰ ਲਓ, ਉਹਨਾਂ ਨੂੰ ਤਾਂ ਪਹਿਲਾਂ ਦੁਬਾਰਾ ਲੀਹਾਂ ਤੇ ਲੈ ਕੇ ਆਓ। ਤੁਹਾਡੇ ਜਿਹੜੇ ਸਰਕਾਰੀ ਡਾਕਟਰ ਨੇ ਤਨਖਾਹਾਂ ਤੁਹਾਡੇ ਕੋਲੋਂ ਲੈਂਦੇ ਨੇ ਤੇ ਆਪਣੇ ਪ੍ਰਾਈਵੇਟ ਹਸਪੀਟਲ ਖੋਲ ਕੇ ਇਲਾਜ ਉੱਥੇ ਕਰਦੇ ਨੇ ਲੋਕਾਂ ਦੇ। ਦਵਾਈ ਕੋਈ ਵੀ ਅਵੇਲੇਬਲ ਨਹੀਂ ਹੈਗੀ, ਗੱਦਾ ਕੋਈ ਅਵੇਲੇਬਲ ਨਹੀਂ ਹੈਗਾ। ਜੇਕਰ ਕੋਈ ਐਮਰਜੈਂਸੀ ਪੈ ਜਾਂਦੀ ਹੈ, ਮੈਂ ਖੁਦ ਵੇਖਿਆ ਹੋਇਆ, ਮੇਰੀ ਅੱਖੀਂ ਦੇਖਣ ਦੀ ਗੱਲ ਹੈ, ਐਕਸੀਡੈਂਟ ਹੁੰਦਾ ਬੰਦੇ ਦਾ, ਉਹਨੂੰ ਜੱਦੋ ਜਹਿਦ ਕਰਕੇ ਅਸੀਂ ਮੰਨ ਲਓ ਸਾਰੇ ਜਣੇ ਲੈ ਕੇ ਜਾਂਦੇ ਆ ਉਸ ਮਰੀਜ਼ ਨੂੰ ਕਿ ਜਾ ਕੇ ਸਰਕਾਰੀ ਹਸਪੀਟਲ ਦੇ ਵਿੱਚ ਇਹਦਾ ਇਲਾਜ ਹੋ ਜਾਏ, ਤਾਂ ਉਹਨਾਂ ਦੇ ਕੋਲ ਇੱਕ ਕੱਪੜੇ ਦੇ ਨਾਲ ਸਿਰ ਪੂੰਝਣ ਤੋਂ ਇਲਾਵਾ ਕੋਈ ਵੀ ਸਾਧਨ ਨਹੀਂ ਸੀ ਕਿ ਜਿਹਦੇ ਨਾਲ ਉਸਨੂੰ ਜਿਉਂਦਾ ਰੱਖਿਆ ਜਾ ਸਕੇ। ਅਖੀਰ ਅੱਧੇ ਘੰਟੇ ਦੇ ਵਿੱਚ ਉਹ ਬੰਦਾ ਆਪਣੇ ਸਵਾਸ ਛੱਡ ਜਾਂਦਾ। ਸੋ ਨਾ ਸਾਡੇ ਕੋਲ ਇਕਵਿਪਮੈਂਟਸ, ਨਾ ਸਾਡੇ ਕੋਲ ਦਵਾਈਆਂ ਤੇ ਨਾ ਸਾਡੇ ਕੋਲ ਡਾਕਟਰ, ਤੇ ਅਸੀਂ ਮੁਹੱਲਾ ਕਲੀਨਿਕ ਜਿਹੜਾ ਵੱਖਰਾ ਸਿਸਟਮ ਆਪਾਂ ਬਣਾ ਰਹੇ ਹਾਂ, ਸੋ ਕਿੰਨਾ ਕੁ ਕਾਮਯਾਬ ਹੋ ਜਾਊਗਾ? ਜਿੱਥੇ ਤੁਸੀਂ 2-4 ਗੋਲੀਆਂ ਢਿੱਡ ਦੁਖਣ ਦੀਆਂ, 2-4 ਗੋਲੀਆਂ ਸਿਰ ਦੀਆਂ, ਜਾਂ ਫਿਰ ਕੋਈ ਨਸ਼ੇੜੀ ਨੂੰ ਕੋਈ 2-4 ਪੱਤੇ ਦੇ ਦਿਆ ਕਰੋਗੇ, ਸੋ ਕਿੱਡਾ ਕੁ ਇਲਾਜ ਜਿਹੜਾ ਤੁਹਾਡਾ ਹੈਗਾ ਉਹ ਪੰਜਾਬ ਦੇ ਵਿੱਚ ਹੋ ਜਾਊਗਾ। 12,500 ਪਿੰਡ ਨੇ, 12,500 ਪਿੰਡ ਨੇ, ਕਿੰਨੇ ਮੁਹੱਲਾ ਕਲੀਨਿਕ ਖੋਲ ਕੇ ਤੇ ਕਿੰਨੇ ਕੁ ਵਧੀਆ ਤਰੀਕੇ ਦੇ ਨਾਲ, ਸੁਚਾਰੂ ਤਰੀਕੇ ਦੇ ਨਾਲ ਤੁਸੀਂ ਉਹ ਚਲਾ ਲੋਗੇ। ਜਦ ਕਿ ਸਰਕਾਰੀ ਹਸਪੀਟਲ ਤੇ ਡਿਸਪੈਂਸਰੀਆਂ ਵਾਲਾ ਕੰਮ ਜਿਹੜਾ ਬਿਲਕੁਲ ਫੇਲ ਹੋ ਚੁੱਕਿਆ। ਡਿਸਪੈਂਸਰੀਆਂ ਵੀ ਬੰਦ ਹੋ ਗਈਆਂ, ਜਿਹੜੀਆਂ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਖੋਲੀਆਂ ਸੀ ਉਹ ਵੀ ਬੰਦ ਹੋ ਚੁੱਕੀਆਂ ਨੇ। ਕੋਈ ਇੱਕ ਅੱਧਾ ਟਾਵਾਂ ਡਾਕਟਰ ਬਹਿੰਦਾ, ਜੇਕਰ ਕੋਈ ਮਿਲ ਜਾਵੇ ਤਾਂ ਮਿਲ ਜਾਏ, ਅਦਰਵਾਈਜ਼ ਕਹਿੰਦੇ ਡਾਕਟਰ ਛੁੱਟੀ ਤੇ ਹੈ। ਸੋ ਗੱਲਾਂ ਅਸੀਂ ਅਮਰੀਕਾ ਦੇ ਨਾਲ ਰਲੰਦੀਆਂ ਕਰਦੇ ਹਾਂ, ਪਰ ਜਦੋਂ ਆਪਾਂ ਆਪਣੇ ਸਿਸਟਮ ਵੱਲ ਝਾਤ ਮਾਰਦੇ ਹਾਂ ਤਾਂ ਸਾਡੇ ਤਾਂ ਹਸਪਤਾਲਾਂ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਬੁਨਿਆਦੀ ਤੌਰ ਦੇ ਉੱਤੇ ਚਾਹੀਦੀਆਂ ਹੁੰਦੀਆਂ ਉਹ ਵੀ ਮੌਜੂਦ ਨਹੀਂ ਹੈਗੀਆਂ। ਲੁੱਟਣ ਦੇ ਲਈ ਡਾਕਟਰ ਪਰਚੀ ਦੇ ਉੱਤੇ ਜੋ ਵੀ ਹੈ ਉਹ ਲਿਖ ਦਿੰਦਾ, ਜਿਹੜਾ ਆਮ ਕਿਸੇ ਨੂੰ ਸਮਝ ਹੀ ਨਹੀਂ ਆਉਂਦਾ। ਉਹ ਕੋਡ ਵਾਲੀ ਭਾਸ਼ਾ ਹੁੰਦੀ ਹੈ ਲਿਖੀ। ਆਮ ਹਾਸੋਹੀਣੀ ਇਹ ਵੀ ਬਣਾਈ ਗਈ ਹੈ ਨਾ ਕਿ ਭਾਈ ਉਹਨੇ ਲਿਖਿਆ ਹੁੰਦਾ ਹੈ ਜਾ ਕੇ ਵੀ ਆ ਫਲਾਨੀ ਫਾਰਮੇਸੀ ਤੋਂ ਜਿਹੜਾ ਤੂੰ ਦਵਾਈ ਲੈ ਲੈ, ਉਹਦੇ ਵਿੱਚ ਪਰਸੈਂਟੇਜ ਲਿਖੀ ਹੁੰਦੀ ਹੈ, ਪਰਸੈਂਟੇਜ ਲਿਖੀ ਹੁੰਦੀ ਹੈ, ਤਾਂ ਕਰਕੇ ਕਹਿੰਦੇ ਉਹ ਸਮਝ ਨਹੀਂ ਆਉਂਦਾ ਵੀ ਇੰਨੇ ਪਰਸੈਂਟ ਮੇਰੇ ਮਰੀਜ਼ ਜਿਹੜਾ ਉਹ ਤੇਰੇ ਕੋਲ ਭੇਜਿਆ। ਨਾ ਦਵਾਈ, ਨਾ ਡਾਕਟਰ, ਤੇ ਨਾ ਹੀ ਗੱਦਿਆਂ ਵਾਲਾ। ਤੇ ਆਪਾਂ ਤਾਂ ਗੱਲ ਕਰ ਰਹੇ ਨੇ ਕਿਉਂਕਿ ਤਾਜ਼ਾ ਮਸਲਾ ਸਾਹਮਣੇ ਆਇਆ, BC ਨੂੰ ਲਟਾਉਣਾ ਹੀ ਤਾਂ ਪਿਆ ਉੱਥੇ ਭਾਈ ਵੀ ਗੱਦਾ ਸੜਿਆ ਹੋਇਆ ਸੀਗਾ। ਸੋ ਇੱਕ ਪਾਸੇ ਅਮਰੀਕਾ ਜਿਹੜਾ ਜੇ ਇਹਨਾਂ ਦੇ ਹਸਪਤਾਲਾਂ 'ਚ ਜਾਓ ਨਾ, ਇਹ ਦੇਖੀਆਂ ਹੋਈਆਂ ਗੱਲਾਂ ਨੇ, ਅੱਖੀਂ ਦੇਖੀਆਂ ਹੋਈਆਂ, ਹਾਈਜੀਨਿਕ, ਸਾਫ਼ ਸਫਾਈ, ਜਾਂ ਹੋਰ ਜਿਹੜਾ ਸਿਸਟਮ ਹਸਪੀਟਲਾਂ ਦੇ ਵਿੱਚ ਹੈ ਉਹ ਕਿੰਨਾ ਉਹਨੂੰ ਪ੍ਰੈਫਰ ਦਿੱਤਾ ਜਾਂਦਾ ਹੈ, ਪ੍ਰੈਫਰੈਂਸ ਦਿੱਤੀ ਜਾਂਦੀ ਹੈ, ਤੇ ਕਿੰਨਾ ਬੈਕਟੀਰੀਆਸ ਜਾਂ ਹੋਰ ਜਿਹੜੀਆਂ ਚੀਜ਼ਾਂ ਨੂੰ ਜਿਹੜਾ ਬੜੇ ਤਰੀਕੇ ਦੇ ਨਾਲ ਇੱਥੇ ਦੇਖਿਆ ਜਾਂਦਾ ਹੈ, ਸਾਫ਼ ਸਫਾਈ ਰੱਖੀ ਜਾਂਦੀ ਹੈ। ਸੋ ਹੁਣ ਇਹਦੇ ਮੁਕਾਬਲੇ ਜਦੋਂ ਆਪਾਂ ਆਪਣੇ ਹਸਪੀਟਲ ਜਿੱਥੇ VC ਸਾਹਿਬ ਨੂੰ ਲੰਮਾ ਪਾਇਆ ਗਿਆ, ਜੇ ਉਹ ਦੇਖ ਲਈਏ ਤਾਂ ਫਿਰ ਭਾਈ ਜ਼ਰੂਰ ਮੈਨੂੰ ਕਹਿਣਾ ਵੀ ਅਮਰੀਕਾ ਤੁਹਾਡੇ ਕੋਲੋਂ ਫਾਰਮੂਲੇ ਮੰਗਦਾ ਹੋਊਗਾ। ਸੋ ਇਹ ਗੱਲਾਂ ਕਿਤੇ ਨਾ ਕਿਤੇ ਸਾਫ਼ ਹੋ ਜਾਂਦੀਆਂ। ਬਸ ਗੱਲ ਇਹ ਆ ਵੀ ਇਹਨਾਂ ਲੋਕਾਂ ਨੂੰ ਸਵਾਲ ਕਰਨ ਵਾਲਾ ਕੋਈ ਨਹੀਂ ਹੈ ਤੇ ਬਦਲਾਅ ਵੀ ਕੋਈ ਨਹੀਂ ਆਇਆ। ਦੀਪਨ ਸੁਖਬੀਰ ਬਾਦਲ ਹੋਰੀ ਵੀ ਇਹੀ ਜਿਹੜੀਆਂ ਗੱਪਾਂ ਲੋਕਾਂ ਦੇ ਵਿੱਚ ਆ ਕੇ ਛੱਡਦੇ ਰਹੇ ਆ
ਕੈਪਟਨ ਅਮਰਿੰਦਰ ਸਿੰਘ ਵੀ ਤੇ ਹੁਣ ਭਗਵੰਤ ਮਾਨ ਵੀ ਉਹੀ ਕੁਝ ਜਿਹੜਾ ਉਹ ਕਰਦੇ ਜਾ ਰਹੇ ਨੇ। ਜਦਕਿ ਜੇ ਦਿੱਲੀ ਦੇ ਵਿੱਚ ਇਹਨਾਂ ਦੇ ਮੁਹੱਲਾ ਕਲੀਨਿਕ ਦੇਖੇ ਜਾਣ ਤਾਂ ਉੱਥੇ ਵੀ ਹੁਣ ਕਾਂ ਹੀ ਬੋਲਦੇ ਨੇ, ਉੱਥੇ ਵੀ ਕੁਝ ਨਹੀਂ ਹੈਗਾ ਹੁਣ ਦੇਖਣ ਨੂੰ। ਤੇ ਜਦੋਂ ਖੁਦ ਭਗਵੰਤ ਮਾਨ ਹੋਰਾਂ ਨੂੰ ਇਲਾਜ ਕਰਵਾਉਣ ਦੀ ਲੋੜ ਪੈਂਦੀ ਹੈ ਤਾਂ ਅਪੋਲੋ ਜਾ ਕੇ ਦਾਖਲ ਹੁੰਦੇ ਨੇ। ਕੈਪਟਨ ਅਮਰਿੰਦਰ ਸਿੰਘ ਰੀੜ੍ਹ ਦੀ ਹੱਡੀ ਦਾ ਇਲਾਜ ਕਰਵਾਉਣ ਵਾਸਤੇ ਇੰਗਲੈਂਡ ਆਉਂਦੇ ਨੇ, ਜਿੱਥੇ ਅਸੀਂ ਬੈਠੇ ਹੋਏ ਹਾਂ। ਇਹ ਲੋਕ 75 ਸਾਲਾਂ ਦੇ ਵਿੱਚ ਸਾਨੂੰ ਇੱਕ ਏਦਾਂ ਦਾ ਹਸਪੀਟਲ ਨਹੀਂ ਦੇ ਸਕੇ ਕਿ ਜਿੱਥੇ ਇੱਕ ਆਪਾਂ ਬੰਦੇ ਦੀ ਜਾਨ ਵੀ ਬਚਾ ਲਈਏ। ਭਾਈ ਕੋਈ ਵਧੀਆ ਹਸਪੀਟਲ ਦੇ ਦਿਓ ਜਿੱਥੇ ਕਿਸੇ ਦਾ ਇਲਾਜ ਹੋ ਜੇ ਪ੍ਰੋਪਰ ਤਰੀਕੇ ਨਾਲ, ਨਾ ਤੁਹਾਨੂੰ ਅਮਰੀਕਾ ਵੱਲ ਦੇਖਣਾ ਪਵੇ, ਨਾ ਤੁਹਾਨੂੰ ਫਲਾਣੇ ਹੋਰ ਕਿਸੇ ਪਾਸੇ ਦੇਖਣਾ ਪਵੇ। ਉਹ ਆਪਾਂ ਦੇ ਨਹੀਂ ਸਕੇ, ਗੱਲਾਂ ਮੁਹੱਲਾ ਕਲੀਨਿਕ ਦੀਆਂ ਕਰਦੇ ਪਏ ਆ। ਸੋ ਕਿੰਨੀਆਂ ਕੁ ਵਾਜਬ ਨੇ, ਜਿਹੜੇ ਲੋਕ ਸੁਣਦੇ ਨੇ ਸ਼ਾਇਦ ਉਹਨਾਂ ਨੂੰ ਚੰਗੀਆਂ ਲੱਗਦੀਆਂ ਹੋਣਗੀਆਂ, ਪਰ ਸੱਚਾਈ ਕੁਝ ਹੋਰ ਹੀ ਹੁੰਦੀ ਹੈ। ਹਾਂਜੀ ਜੀ ਦਲਜੀਤ ਸਿੰਘ ਜੀ, ਆਪਾਂ ਜੋ ਅੱਜ ਦੇ ਮੁੱਦੇ ਸੀ ਉਹਨਾਂ ਤੇ ਬਹੁਤ ਹੀ ਆਪਾਂ ਕਹਿ ਲਓ ਕਿ ਚਰਚਾ ਕੀਤੀ ਹੈ। ਤੇ ਸਾਡਾ ਮਤਲਬ ਆਪਾਂ ਮੈਂ ਸਟਾਰਟਿੰਗ 'ਚ ਵੀ ਕਿਹਾ ਸੀ, ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਹੈ, ਕਿਉਂਕਿ ਬਹੁਤੇ ਲੋਕ ਜੋ ਹੁੰਦੇ ਨੇ ਉਹ ਕਿਸੇ ਨਾ ਕਿਸੇ ਧਿਰ ਨਾਲ, ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੁੰਦੇ ਨੇ। ਪਰ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਹਰ ਪੱਖ ਅੱਗੇ ਰੱਖੀਏ। ਤੇ ਮੈਂ ਧੰਨਵਾਦ ਕਰਦਾ ਤੁਹਾਡਾ ਵੀ, ਤੁਸੀਂ ਜੁੜਦੇ ਹੋ ਤੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਅੱਗੇ ਰੱਖਦੇ ਹੋ। ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਧੰਨਵਾਦ। ਤੇ ਬੇਨਤੀ ਕਰ ਦਿੰਦੇ ਹਾਂ ਦਰਸ਼ਕਾਂ ਨੂੰ ਅਖੀਰ ਦੇ ਵਿੱਚ ਕਿ ਪ੍ਰੋਗਰਾਮ ਨੂੰ ਜੇਕਰ ਤੁਸੀਂ ਚਾਹੁੰਦੇ ਹੋ ਕਿ ਆਪਾਂ ਚੱਲਦਾ ਰੱਖੀਏ ਤਾਂ ਤੁਹਾਡੀ ਹੌਸਲਾ ਅਫਜ਼ਾਈ ਬਹੁਤ ਜ਼ਰੂਰੀ ਹੈ। ਤੇ ਇਸ ਲਈ ਤੁਸੀਂ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ, ਲਾਈਕ ਵੀ ਕਰੋ, ਤੇ ਵੱਧ ਤੋਂ ਵੱਧ ਵੀਡੀਓਜ਼ ਜਿਹੜੀਆਂ ਨੇ ਉਹਨਾਂ ਨੂੰ ਦੇਖਿਆ ਕਰੋ, ਸ਼ੇਅਰ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ। ਉਹ ਚਾਹੇ WhatsApp ਰਾਹੀਂ ਕਰੋ ਜਾਂ Facebook ਰਾਹੀਂ ਕਰੋ, ਜਾਂ ਜਿਵੇਂ ਵੀ ਤੁਸੀਂ ਇਹ ਜਿਹੜੀਆਂ ਵੀਡੀਓਜ਼ ਇੱਕ ਦੂਸਰੇ ਦੇ ਨਾਲ ਸ਼ੇਅਰ ਕਰ ਸਕਦੇ ਹੋ। ਉਹਦੇ ਨਾਲ ਕੀ ਹੁੰਦਾ ਕਿ ਹੌਸਲਾ ਅਫਜ਼ਾਈ ਹੁੰਦੀ ਹੈ, ਜਿੰਨੇ ਵਿਊਅਰ ਜੁੜਦੇ ਨੇ, ਜਿੰਨੇ ਤੁਹਾਡੇ ਕਮੈਂਟਸ ਆਉਂਦੇ ਆ, ਤਾਂ ਆਪਾਂ ਉਹਦੇ ਤੋਂ ਵਧੀਆ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਹਾਂ। ਬਾਕੀ ਜਿਵੇਂ ਦੀਪਨ ਨੇ ਕਿਹਾ ਕਿ ਕਿਸੇ ਨਾਲ ਸਾਡੀ ਪਰਸਨਲ ਕੋਈ ਵੀ ਲਾਗ ਡਾਟ ਨਹੀਂ ਹੈ, ਪਰ ਪੰਜਾਬ ਦੇ ਦਰਦ ਰੱਖ ਕੇ, ਕਿਉਂਕਿ ਪ੍ਰੋਗਰਾਮ ਦਾ ਨਾਂ ਪੰਜਾਬ ਬੋਲਦਾ ਹੈ, ਸੋ ਇਹਦਾ ਮਤਲਬ ਇਹ ਹੈ ਕਿ ਪੰਜਾਬ ਦਾ ਦਰਦ ਲੈ ਕੇ ਅਸੀਂ ਹਰ ਇੱਕ ਪ੍ਰੋਗਰਾਮ ਨੂੰ ਪੇਸ਼ ਕਰਦੇ ਹਾਂ, ਪੰਜਾਬ ਦੀ ਨਜ਼ਰ ਤੋਂ ਹਰ ਇੱਕ ਮਸਲੇ ਨੂੰ ਦੇਖਦੇ ਹਾਂ। ਉੱਥੇ ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਕਾਂਗਰਸ ਹੈ, ਚਾਹੇ ਅਕਾਲੀ ਨੇ, ਜਿਹੜਾ ਗਲਤ ਕਰੇਗਾ ਉਹਨੂੰ ਬਈ ਇੱਥੇ ਲਿਆ ਕੇ ਕਟਹਿਰੇ ਦੇ ਵਿੱਚ ਆਪਾਂ ਖੜਾ ਕਰਾਂਗੇ। ਬਹੁਤ ਧੰਨਵਾਦ ਤੁਹਾਡਾ ਵੀ ਦੀਪਨ, ਤੁਸੀਂ ਸਮਾਂ ਦਿੱਤਾ ਜੀ। ਜੀ, ਤੇ ਹੁਣ ਆਪਾਂ ਇਜਾਜ਼ਤ ਲਵਾਂਗੇ। ਪੰਜਾਬ ਬੋਰਡ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਤੋਂ ਧੰਨਵਾਦ।